ਅੱਜ ਦੇ ਅੰਮ੍ਰਿਤਮਈ ਬਚਨਾਂ ਦਾ ਪਾਠ ਪਾਵਨ ਸ਼ਬਦ ਭਾਈ ਸਾਹਿਬ ਜੀ ਪਾਸੋਂ ਸਰਵਨ ਕੀਤਾ। ਪਵਿੱਤਰ ਬਾਣੀ ਦੀ ਵਿਚਾਰ ਨਾਲ ਸਾਂਝ ਪਾਉਣ ਵਾਸਤੇ ਜੋ ਸਮਾਂ ਪ੍ਰਾਪਤ ਹੋ ਰਿਹਾ ਹੈ, ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਨਿਮਾਣੇ ਜੇ ਹੋ ਕੇ ਚਵਰ ਛਤਰ ਤਖਤ ਦੇ ਮਾਲਕ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਚਰਨਾਂ ਵਿੱਚ ਜੁੜਨ ਦਾ ਯਤਨ ਕਰੀਏ। ਸਤਿਗੁਰੂ ਜੀ ਅੱਜ ਦੇ ਇਸ ਸ਼ਬਦ ਰਾਹੀਂ ਜੋ ਸਾਨੂੰ ਮਨੁੱਖੀ ਦੁਨਿਆਵੀ ਜੀਵਾਂ ਨੂੰ ਸਮਝਾਉਣਾ ਚਾਹੁੰਦੇ ਨੇ, ਇੱਕ ਮਨ ਇੱਕ ਚਿੱਤ ਹੋ ਕੇ ਸਮਝਣ ਦਾ ਯਤਨ ਕਰੀਏ ਜੀ। ਵਾਹਿਗੁਰੂ ਸਾਹਿਬ ਜੀ। ਸ੍ਰੀ ਰਾਗ ਮਹੱਲਾ ਪੰਜਵਾ। ਸ਼ੰਤ ਇੱਕ ਓੰਕਾਰ ਸਤ ਗੁਰ ਪ੍ਰਸਾਦ। ਆਪ ਜੀ ਰੋਜ਼ਾਨਾ ਇਸ ਅਸਥਾਨ ਤੋਂ ਲੜੀਵਾਰ ਗੁਰਬਾਣੀ ਸ਼ਬਦ ਵਿਚਾਰ ਦੇ ਨਾਲ ਜੁੜਦੇ ਆ ਰਹੇ ਹੋ। ਸ਼ਹੀਦਾਂ ਦੇ ਸਰਤਾਜ ਬਾਣੀ ਕੇ ਬੋਹਿਤ ਪੰਚਮ ਪਾਤਸ਼ਾਹ ਧੰਨ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਵੱਲੋਂ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਛੰਤ ਦੇ ਰੂਪ ਵਿੱਚ ਸ਼੍ਰੀ ਰਾਗ ਦੇ ਅੰਦਰ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਪਾਵਨ ਅੰਗ 79 ਦੇ ਉੱਪਰ ਸੁਭਾਏਮਾਨ ਹੈ। ਸ਼ਬਦ ਦੀ ਆਰੰਭਤਾ ਤੋਂ ਪਹਿਲਾਂ ਜੋ ਸਾਡੇ ਜੀਵਨ ਦਾ ਮਨੋਰਥ ਹੈ, ਮਕਸਦ ਹੈ, ਜਿਸ ਕਰਕੇ ਅਸੀਂ ਇਸ ਮਨੁੱਖਾ ਜਨਮ ਦੇ ਵਿੱਚ ਆਏ ਹਾਂ, ਜਾਂ ਇਹ ਵੱਡਮੁੱਲਾ ਜਨਮ ਜਿਸ ਕਰਕੇ ਸਾਨੂੰ ਮਿਲਿਆ ਹੈ, ਉਹ ਹੈ ਇੱਕ ਓੰਕਾਰ, ਇੱਕ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਸਮਝਣਾ। ਸੰਸਾਰ ਦੇ ਵਿੱਚ ਰਹਿ ਕੇ ਨਿਰੰਕਾਰ ਨੂੰ ਸਮਝਣਾ, ਕੁਦਰਤ ਦੇ ਵਿੱਚ ਰਹਿ ਕੇ ਕਾਦਰ ਨੂੰ ਸਮਝਣਾ, ਔਰ ਕੇਵਲ ਤੇ ਕੇਵਲ ਇਹ ਮਨੁੱਖਾ ਜਨਮ ਹੀ ਹੈ ਜਿਸ ਜੀਵਨ ਦੇ ਅੰਦਰ ਅਸੀਂ ਕੁਦਰਤ ਵਿੱਚ ਕਾਦਰ ਨੂੰ ਸਮਝ ਸਕਦੇ ਹਾਂ, ਸੰਸਾਰ ਵਿੱਚ ਰਹਿ ਕੇ ਨਿਰੰਕਾਰ ਨੂੰ ਸਮਝ ਸਕਦੇ ਹਾਂ। ਪਰ ਉਹ ਕਿਵੇਂ ਸਮਝਾਂਗੇ? ਸਤਿਗੁਰ ਪ੍ਰਸਾਦ, ਸੱਚੇ ਗੁਰੂ ਦੀ ਕਿਰਪਾ ਦੇ ਦੁਆਰਾ, ਉਸ ਗੁਰੂ ਦੀ ਕਿਰਪਾ ਦੇ ਦੁਆਰਾ ਜਿਸ ਗੁਰੂ ਕੋਲ ਸਤ ਦਾ ਗਿਆਨ ਹੈ, ਜੋ ਸਤ ਦਾ ਰੂਪ ਹੈ, ਅਸੀਂ ਉਸ ਸਤਿਗੁਰੂ ਨਾਲ ਜੁੜਨਾ ਹੈ। ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਉ, ਜਿਨੇ ਸਤਿਪੁਰਖ ਨੂੰ ਜਾਣਿਆ ਹੈ, ਜੋ ਸਤਿਗੁਰੂ ਦਾ ਹੀ ਦੂਸਰਾ ਰੂਪ ਹੈ। ਕਿਉਂਕਿ ਗੁਰ ਪਰਮੇਸ਼ਰ ਏਕੋ ਜਾਨ, ਗੁਰੂ ਤੇ ਪਰਮੇਸ਼ਰ ਇੱਕੋ ਹੀ ਸਿੱਕੇ ਦੇ ਦੋ ਪਹਿਲੂ ਨੇ। ਇੱਕ ਪਾਸੇ ਪਰਮੇਸ਼ਵਰ ਹੈ, ਇੱਕ ਪਾਸੇ ਗੁਰੂ ਹੈ। ਗੁਰੂ ਦੇ ਰਾਹੀਂ ਹੀ ਪਰਮੇਸ਼ਵਰ ਦੀ ਸਮਝ ਆਉਣੀ ਹੈ। ਇਸ ਲਈ ਬਾਰ-ਬਾਰ ਗੁਰਬਾਣੀ ਦੇ ਅੰਦਰ ਸਾਨੂੰ ਇਹ ਸਮਝਾਇਆ ਕਿ ਇੱਕ ਓੰਕਾਰ ਨੂੰ ਸਮਝਣ ਲਈ ਸਤਿਗੁਰ ਪ੍ਰਸਾਦ, ਸੱਚੇ ਗੁਰੂ ਦੀ ਕਿਰਪਾ ਚਾਹੀਦੀ ਹੈ। ਗੁਰੂ ਸਾਹਿਬ ਕਿਰਪਾ ਕਰਨਗੇ ਤਾਂ ਸਾਡੇ ਮਾਨਸਿਕ ਮੰਡਲ ਵਿੱਚ, ਕਿਉਂਕਿ ਇੱਕ ਓੰਕਾਰ ਨੂੰ ਸਮਝਣ ਲਈ, ਅਕਾਲ ਪੁਰਖ ਪਰਮੇਸ਼ਵਰ ਨੂੰ ਸਮਝਣ ਲਈ ਤਨ ਨਹੀਂ ਮਨ ਦੀ ਲੋੜ ਹੈ। ਮਨ ਭਟਕਿਆ ਹੈ, ਮਨ ਭੁੱਲਿਆ ਹੈ, ਮਨ ਕੁਰਾਹੇ ਪਿਆ ਹੈ, ਮਨ ਚੰਚਲ ਹੈ, ਮਨ ਚਤਰ ਹੈ, ਮਨ ਚਲਾਕ ਹੈ, ਮਨ ਸਿਆਣਾ ਹੈ, ਮਨ ਮੂਰਖ ਹੈ।
ਅਸੀਂ ਮਨ ਦੇ ਤਲ ਤੇ ਹੀ ਸਿਆਣੇ ਹੋਣਾ, ਮਨ ਦੇ ਤਲ ਤੇ ਹੀ ਮੂਰਖ ਹੋਣਾ, ਮਨ ਦੇ ਤਲ ਤੇ ਹੀ ਅਸੀਂ ਰਾਹੇ ਪੈਣਾ ਤੇ ਮਨ ਦੇ ਤਲ ਤੇ ਹੀ ਅਸੀਂ ਕੁਰਾਹੇ ਪੈਣਾ ਹੈ। ਇਸ ਲਈ ਸਤਿਗੁਰੂ ਜੀ ਨੇ ਮਨ ਨੂੰ ਸਮਝਾ ਕੇ ਤੇ ਪਰਮੇਸ਼ਵਰ ਦੇ ਨਾਮ ਦੇ ਨਾਲ ਜੋੜਨ ਦਾ ਯਤਨ ਕੀਤਾ ਹੈ। ਜੋ ਇਹ ਛੰਤ ਰੂਪ ਵਿੱਚ ਪਾਵਨ ਸ਼ਬਦ ਗੁਰੂ ਅਰਜਨ ਦੇਵ ਮਹਾਰਾਜ ਜੀ ਕਿਰਪਾ ਕਰਦੇ ਹਨ। ਮਨ ਪਿਆਰਿਆ ਜੀਉ ਮਿੱਤਰਾ, ਗੋਬਿੰਦ ਨਾਮ ਸੰਭਾਲੇ। ਮਨ ਪਿਆਰਿਆ ਜੀ ਮਿੱਤਰਾ, ਹਰ ਨਿਭੈ ਤੇਰੇ ਨਾਲੇ। ਗੁਰੂ ਅਰਜਨ ਦੇਵ ਮਹਾਰਾਜ ਜੀ ਮਨ ਨੂੰ ਸਮਝਾਉਂਦੇ ਨੇ ਔਰ ਬੜੇ ਪਿਆਰ ਦੇ ਨਾਲ, ਕਿਉਂਕਿ ਮਨ ਜਿਹੜਾ ਇਹ ਮਨ ਹੱਠ ਕਰੀ ਬੈਠਾ ਹੈ। ਜਦੋਂ ਕੋਈ ਹੱਠ ਕਰ ਲਏ, ਹੱਠ ਦਾ ਮਤਲਬ ਹੁੰਦਾ ਜਿੱਦ ਕਰ ਲਵੇ, ਤੇ ਜਿੱਦ ਦਾ ਮਤਲਬ ਹੁੰਦਾ ਹੈ ਕਿ ਮੈਂ ਨਹੀਂ ਮੰਨਣਾ, ਜੋ ਮਰਜ਼ੀ ਜਿਸ ਤਰ੍ਹਾਂ ਮਰਜ਼ੀ ਮੈਨੂੰ ਆਖੀ ਜਾਓ, ਪਰ ਮੈਂ ਮੰਨਣ ਵਾਸਤੇ ਤਿਆਰ ਨਹੀਂ। ਤੇ ਜਦੋਂ ਕੋਈ ਜਿੱਦ ਕਰ ਲਏ, ਹੱਠ ਕਰ ਲਏ, ਫਿਰ ਉਹਨੂੰ ਪਿਆਰ ਦੇ ਨਾਲ ਸਮਝਾਇਆ ਜਾਂਦਾ ਹੈ। ਮਨ ਨੂੰ ਪਿਆਰ ਨਾਲ ਸਮਝਾਉਂਦਿਆਂ ਹੋਇਆਂ ਸਾਹਿਬ ਜੀ ਕਹਿੰਦੇ ਪਿਆਰਿਆ, ਕਿਉਂਕਿ ਮਨ ਜਿਹੜਾ ਇਹ ਮਨ ਹੱਠ ਕਰੀ ਬੈਠਾ, ਮਨ ਜਿੱਦ ਕਰੀ ਬੈਠਾ, ਜਿਹੜੇ ਕੁਰਾਹੇ ਪਿਆ ਉਸ ਰਾਹ ਨੂੰ ਛੱਡਣ ਵਾਸਤੇ ਤਿਆਰ ਨਹੀਂ। ਅੱਜ ਵੀ ਆਪਾਂ ਮਹਿਸੂਸ ਕਰ ਸਕਦੇ ਹਾਂ ਕਿ ਗੁਰਬਾਣੀ ਸਾਨੂੰ ਕਿੰਨਾ ਸਮਝਾ ਰਹੀ ਹੈ, ਕਿੰਨੇ ਚਿਰਾਂ ਤੋਂ ਗੁਰਬਾਣੀ ਸਮਝਾ ਰਹੀ ਹੈ, ਪਰ ਸਾਡਾ ਮਨ ਫਿਰ ਕਰਮ ਕਾਂਡ ਵਾਲੇ ਪਾਸੇ ਨੂੰ ਚੱਲਦਾ ਹੈ, ਫਿਰ ਉਸੇ ਹੀ ਰਾਹ ਉੱਤੇ ਤੁਰਦਾ ਹੈ ਜਿਸ ਰਾਹ ਉੱਤੇ ਗੁਰੂ ਸਾਹਿਬ ਜੀ ਨੇ ਸਾਨੂੰ ਰੋਕਿਆ, ਜਿਸ ਰਾਹ ਉੱਤੇ ਸਮੇਂ ਦੇ ਭਗਤ ਸਹਿਬਾਨ ਰੋਕਦੇ ਰਹੇ। ਅੱਜ ਵੀ ਆਪਾਂ ਵੇਖਾਂਗੇ ਮਨ ਫਿਰ ਉਸ ਪਾਸੇ ਨੂੰ ਹੀ ਭੱਜਦਾ ਹੈ। ਮਨ ਸਮਝਣ ਵਾਸਤੇ ਤਿਆਰ ਨਹੀਂ। ਇਸ ਲਈ ਮਨ ਨੂੰ ਪਿਆਰਾ ਕਹਿ ਕੇ ਸਮਝਾਉਂਦੇ ਆ ਕਿ ਮੇਰੇ ਪਿਆਰੇ ਮਨ, ਨਾਲ ਰਿਸਪੈਕਟ ਸਤਿਕਾਰ ਵੀ ਦਿੱਤਾ। ਜੀਓ ਜਿੰਦ ਨੂੰ ਵੀ ਕਹਿੰਦੇ ਆ, ਤੇ ਜੀਓ ਕਿਸੇ ਨੂੰ ਸਤਿਕਾਰ ਦੇਣਾ ਹੋਵੇ, ਜੀ ਸ਼ਬਦ ਵੀ ਆਪਾਂ ਵਰਤਦੇ ਹਾਂ ਤੇ ਬਹੁਤ ਪਿਆਰ ਵਿੱਚ ਭਿੱਜ ਜਾਈਏ ਤੇ ਜੀਓ ਵੀ ਕਹਿ ਦਿੰਦੇ ਆ। ਕਹਿੰਦੇ ਮਨ ਪਿਆਰਿਆ ਜੀਓ ਮਿੱਤਰਾ, ਹੇ ਮੇਰੇ ਪਿਆਰੇ ਮਨ, ਹੇ ਮਿੱਤਰ, ਗੋਬਿੰਦ ਨਾਮ ਸੰਭਾਲੇ। ਤੂੰ ਗੋਬਿੰਦ ਦੇ ਨਾਮ ਦੀ ਸੰਭਾਲ ਕਰਿਆ ਕਰ, ਤੂੰ ਪਰਮੇਸ਼ਵਰ ਦੇ ਨਾਮ ਦੀ ਸੰਭਾਲ ਕਰਿਆ ਕਰ, ਪਰਮੇਸ਼ਵਰ ਦੇ ਨਾਮ ਨੂੰ ਚੇਤੇ ਕਰਿਆ ਕਰ, ਕਿਉਂਕਿ ਮਨ ਨਹੀਂ ਨਾ ਚੇਤੇ ਕਰ ਰਿਹਾ। ਇੱਕ ਦਿਨ ਆਪ ਜੀ ਨਾਲ ਸਾਂਝ ਪਾਈ ਸੀ ਕਿ ਸਾਡੇ ਦਿਮਾਗ ਦੇ ਵਿੱਚ ਦੋ ਪਾਰਟ ਨੇ, ਇੱਕ ਨੂੰ ਚਿੱਤ ਕਹਿੰਦੇ ਆ, ਇੱਕ ਨੂੰ ਮਨ ਕਹਿੰਦੇ ਆ। ਚਿੱਤ ਉਹ ਹੈ ਜਿਹਨੂੰ ਚੇਤੇ ਹੈ, ਮਨ ਭੁੱਲ ਗਿਆ, ਮਨ ਸਭ ਕੁਝ ਭੁੱਲ ਗਿਆ, ਮਨ ਆਪਣਾ ਪਿਛੋਕੜ ਵੀ ਭੁੱਲ ਗਿਆ, ਮਨ ਆਪਣਾ ਮੂਲ ਵੀ ਭੁੱਲ ਗਿਆ ਕਿ ਮੇਰੀ ਹੋਂਦ ਕਿਹਦੇ ਕਰਕੇ ਹੈ। ਜੇ ਇਹ ਆਪਣੀ ਹੋਂਦ ਭੁੱਲ ਗਿਆ, ਆਪਣਾ ਪਿਛੋਕੜ ਭੁੱਲ ਗਿਆ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਜਦੋਂ ਆਪਣਾ ਕੋਈ ਪਿਛੋਕੜ ਭੁੱਲ ਜਾਏ, ਮੂਲ ਭੁੱਲ ਜਾਏ, ਤੇ ਸਮਝ ਲਓ ਕਹਾਣੀ ਖਤਮ ਹੈ। ਫਿਰ ਅੱਗੇ ਤੁਰਨਾ ਔਖਾ ਹੋ ਜਾਏਗਾ, ਆਪਣੀ ਪਛਾਣ ਬਣਾਉਣੀ ਔਖੀ ਹੋ ਜਾਏਗੀ। ਜਿਵੇਂ ਅੱਜ ਵੀ ਅਸੀਂ ਜਿਵੇਂ ਸਾਡੀ ਆ ਨੌਜਵਾਨ ਪੀੜ੍ਹੀ ਅੱਗੇ ਵੱਧਦੀ ਹੈ, ਜਿਵੇਂ ਆਉਣ ਵਾਲੀ ਪੀੜ੍ਹੀ ਅੱਗੇ ਆ ਰਹੀ ਹੈ, ਤਿਵੇਂ ਸਾਨੂੰ ਸਾਡਾ ਪਿਛੋਕੜ ਭੁੱਲਦਾ ਜਾ ਰਿਹਾ ਹੈ ਕਿ ਇਹ ਸਿੱਖੀ ਦਾ ਮਹਿਲ ਕਿਹਨਾਂ ਦੇ ਸੀਸ ਉੱਤੇ ਬਣਾਇਆ ਗਿਆ, ਔਰ ਇਸ ਸਿੱਖੀ ਦੇ ਮਹਿਲ ਨੂੰ ਬਣਾਉਣ ਵਾਸਤੇ, ਸਿੱਖੀ ਸਰੂਪ ਦੇਣ ਵਾਸਤੇ
ਬਾਣੇ ਔਰ ਬਾਣੀ ਦੇ ਰੰਗ ਵਿੱਚ ਰੰਗਣ ਵਾਸਤੇ ਇਹਦੇ ਪਿੱਛੇ ਕੁਰਬਾਨੀਆਂ ਕਿੰਨੀਆਂ ਨੇ, ਇਹਦੇ ਪਿੱਛੇ ਸ਼ਹਾਦਤਾਂ ਕਿੰਨੀਆਂ ਨੇ। ਕਿਉਂਕਿ ਆਉਣ ਵਾਲੇ ਸਮੇਂ 'ਚ ਸਾਨੂੰ ਦੁਨੀਆ ਦੇ ਰੰਗ ਵਿੱਚ ਹੀ ਇੰਨਾ ਰੰਗ ਦਿੱਤਾ ਗਿਆ, ਫੈਸ਼ਨ ਦੀ ਦੁਨੀਆ ਵਿੱਚ ਰੰਗ ਦਿੱਤਾ ਗਿਆ ਕਿ ਅਸੀਂ ਆਪਣੇ ਪਿਛੋਕੜ ਨੂੰ ਦੇਖਣਾ ਹੀ ਨਹੀਂ ਚਾਹੁੰਦੇ। ਅਸੀਂ ਇਹ ਜਾਣਨਾ ਹੀ ਨਹੀਂ ਚਾਹੁੰਦੇ ਕਿ ਕਿੰਨੀਆਂ ਸ਼ਹੀਦੀਆਂ ਕਿਵੇਂ ਕਿਵੇਂ ਹੋਈਆਂ, ਕਿਸ ਤਰ੍ਹਾਂ ਕੁਰਬਾਨੀਆਂ ਹੋਈਆਂ, ਕਿਵੇਂ ਸਾਹਿਬਜ਼ਾਦਿਆਂ ਨੇ ਦੀਵਾਰ ਵਿੱਚ ਆਪਣੇ ਆਪ ਨੂੰ ਚਿਣਵਾ ਕੇ ਤੇ ਇਹ ਸਿੱਖੀ ਦਾ ਮਹਿਲ ਸਾਨੂੰ ਬਣਾ ਕੇ ਦਿੱਤਾ। ਸਾਨੂੰ ਆਪਣਾ ਪਿਛੋਕੜ ਚੇਤੇ ਰੱਖਣਾ ਪਏਗਾ ਜੇ ਚੜ੍ਹਦੀ ਕਲਾ ਵਿੱਚ ਰਹਿਣਾ ਹੈ। ਸਾਨੂੰ ਆਪਣਾ ਮੂਲ ਚੇਤੇ ਵਿੱਚ ਰੱਖਣਾ ਪਏਗਾ। ਸਤਿਗੁਰੂ ਮਹਾਰਾਜ ਜੀ ਇੱਥੇ ਮਨ ਦੀ ਗੱਲ ਕਰਦੇ ਆ। ਮਨ ਆਪਣਾ ਮੂਲ ਭੁੱਲ ਗਿਆ। ਮਨ ਇਹ ਭੁੱਲ ਗਿਆ ਕਿ ਮੇਰੀ ਹੋਂਦ ਬਣੀ ਕਾਹਦੇ ਵਾਸਤੇ ਸੀ। ਮਨ ਸੀ ਪਰਮੇਸ਼ਵਰ ਦੇ ਨਾਮ ਦੀ ਕਮਾਈ ਕਰਨ ਵਾਸਤੇ। ਮਨ ਸੀ ਪਰਮੇਸ਼ਵਰ ਦੇ ਨਾਮ ਦਾ ਰਸ ਲੈ ਕੇ ਇਸ ਜਿਹਦਾ ਇਹ ਮੂਲ ਹੈ। ਮੂਲ ਕੀ ਹੈ? ਅੰਦਰ ਦੀ ਜਿੰਦ, ਜੀਵ ਆਤਮਾ। ਇਹ ਜੀਵ ਆਤਮਾ ਦਾ ਹੀ ਬਣਿਆ ਹੋਇਆ ਮਨ ਹੈ। ਇਹਦੀ ਹੋਂਦ, ਇਹਦੀ ਹਸਤੀ ਜਿਹੜੀ ਹੈ ਉਹ ਜੀਵ ਆਤਮਾ ਕਰਕੇ ਹੈ। ਹੁਣ ਉਹਨੇ ਇਹਨੂੰ ਜ਼ਿੰਮੇਵਾਰੀ ਦਿੱਤੀ ਸੀ ਕਿ ਤੂੰ ਨਾਮ ਦਾ ਰਸ ਲੈਣਾ ਹੈ ਸਰੀਰ ਦੇ ਨਾਲ ਜੁੜ ਕੇ। ਆਪਾਂ ਸਾਰੇ ਜਾਣਦੇ ਹਾਂ ਸਾਡਾ ਜਿਹੜਾ ਸਰੀਰ ਹਰਕਤ ਕਰ ਰਿਹਾ ਹੈ ਇਹ ਸਾਰਾ ਕੁਝ ਦਿਮਾਗ ਤੋਂ ਹੈ। ਜੇ ਸਾਡਾ ਦਿਮਾਗ ਚੱਲ ਰਿਹਾ ਹੈ ਤੇ ਸਰੀਰ ਚੱਲ ਰਿਹਾ ਹੈ। ਜੇ ਸਾਡਾ ਦਿਮਾਗ ਬਲੌਕ ਹੋ ਗਿਆ ਤੇ ਸਰੀਰ ਵੀ ਰੁਕ ਜਾਏਗਾ। ਸਾਰੀ ਖੇਡ ਹੀ ਦਿਮਾਗ ਤੋਂ ਸ਼ੁਰੂ ਹੁੰਦੀ ਹੈ। ਤੇ ਦਿਮਾਗ ਕੀ ਹੈ? ਸਾਡਾ ਮਨ। ਹੁਣ ਜਿਹੜਾ ਚਿੱਤ ਸੀ ਅੰਦਰ, ਜਿਹੜੇ ਦੋ ਪਾਰਟ ਸੀ ਚਿੱਤ ਔਰ ਮਨ, ਚਿੱਤ ਨੂੰ ਸਭ ਕੁਝ ਚੇਤੇ ਸੀ, ਮਨ ਭੁੱਲ ਗਿਆ। ਜਾਂ ਇਦਾਂ ਕਹਿ ਲਈਏ ਦੋ ਮਿੱਤਰ ਤੁਰੇ ਜਾਂਦੇ ਆ, ਇੱਕ ਭੁੱਲ ਗਿਆ ਤੇ ਇੱਕ ਨੂੰ ਚੇਤੇ ਹੈ। ਹੁਣ ਜਿਹਨੂੰ ਚੇਤੇ ਆ ਉਹ ਦੂਜੇ ਨੂੰ ਸਮਝਾਉਂਦਾ, ਮਿੱਤਰਾ ਚੇਤੇ ਰੱਖ ਆਪਾਂ ਘਰੋਂ ਜਦੋਂ ਤੁਰੇ ਸੀ ਕਿਸ ਕੰਮ ਲਈ ਤੁਰੇ ਸੀ। ਆਪਾਂ ਘਰੋਂ ਤੁਰੇ ਸੀ ਕਾਹਦੇ ਵਾਸਤੇ ਤੁਰੇ ਸੀ, ਕਿਹੜਾ ਸੌਦਾ ਲੈਣ ਤੁਰੇ ਸੀ। ਤੂੰ ਅਗਾਂਹ ਜਾ ਕੇ ਸਭ ਕੁਝ ਭੁੱਲ ਗਿਆ। ਹੁਣ ਉਹ ਚਿੱਤ ਬਾਰ-ਬਾਰ ਕਹਿੰਦਾ ਵੀ ਤੂੰ ਨਾਮ ਦੀ ਸੰਭਾਲ ਕਰ ਲੈ, ਕਿਉਂਕਿ ਸਮਾਂ ਆਪਣੇ ਕੋਲ ਬੜਾ ਥੋੜਾ ਹੈ, ਲਿਮਟ ਵਾਲਾ ਸਮਾਂ ਹੈ। ਸਮੇਂ ਦਾ ਕੋਈ ਪਤਾ ਨਹੀਂ ਕਦੋਂ ਮੁੱਕ ਜਾਣਾ ਤੇ ਤੂੰ ਹਜੇ ਤੱਕ ਕੁਰਾਹੇ ਹੀ ਪਿਆ ਹੋਇਆ ਹੈ। ਗੁਰੂ ਸਾਹਿਬ ਕਹਿੰਦੇ ਮਨ ਪਿਆਰਿਆ ਜੀਓ ਮਿੱਤਰਾ, ਗੋਬਿੰਦ ਨਾਮ ਸੰਭਾਲੇ। ਤੂੰ ਪਰਮੇਸ਼ਵਰ ਦੇ ਨਾਮ ਦੀ ਸੰਭਾਲ ਕਰ, ਜਿਹੜਾ ਸਾਰਿਆਂ ਦੀ ਸੰਭਾਲ ਕਰਨ ਵਾਲਾ ਹੈ। ਗੋਬਿੰਦ ਜੋ ਸਾਰਿਆਂ ਨੂੰ ਸੰਭਾਲ ਰਿਹਾ ਹੈ, ਪਾਲ ਰਿਹਾ ਹੈ, ਸਾਰੀ ਸ੍ਰਿਸ਼ਟੀ ਨੂੰ ਚਲਾ ਰਿਹਾ ਹੈ, ਪੂਰੇ ਬ੍ਰਹਿਮੰਡ ਦੇ ਜੀਵ ਜਿਹੜੇ ਪਾਲ ਰਿਹਾ, ਸੰਭਾਲ ਰਿਹਾ। ਤੂੰ ਉਹਦੇ ਨਾਮ ਦੀ ਸੰਭਾਲ ਕਰ। ਤੂੰ ਉਸ ਪਰਮੇਸ਼ਵਰ ਦੇ ਨਾਮ ਦੇ ਨੇੜੇ ਹੋ ਕੇ ਰਹਿ। ਜਿੰਨਾ ਤੂੰ ਪਰਮੇਸ਼ਵਰ ਦੇ ਨਾਮ ਤੋਂ ਦੂਰ ਹੈ ਉਨਾ ਹੀ ਦੁੱਖ, ਤਕਲੀਫਾਂ, ਚਿੰਤਾਵਾਂ ਇਹ ਤੇਰੇ ਜੀਵਨ ਦੇ ਅੰਦਰ ਬਣੀਆਂ ਨੇ। ਸਤਿਗੁਰੂ ਮਹਾਰਾਜ ਜੀ ਦੀ ਅੰਮ੍ਰਿਤਮਈ ਬਾਣੀ ਦਾ ਰੋਜ਼ ਪਾਠ ਕਰਦੇ ਹਾਂ। ਆਨੰਦ ਸਾਹਿਬ ਜੀ ਦਾ ਪਾਠ ਜਦੋਂ ਅਸੀਂ ਰੋਜ਼ਾਨਾ ਨਿੱਤ ਦੇ ਨੇਮ ਵਿੱਚ ਕਰਦੇ ਹਾਂ ਤੇ ਰੋਜ਼ ਮਨ ਨੂੰ ਕਹਿੰਦੇ ਹਾਂ, ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਕਿਉਂਕਿ ਸਦਾ ਨਹੀਂ ਨਾ ਰਹਿੰਦਾ ਮਨ। ਮਨ ਨੂੰ ਜਦੋਂ ਸਮਝਾਓ ਉਦੋਂ ਤੇ ਥੋੜਾ ਜਿਹਾ ਸਮਝ ਜਾਂਦਾ ਹੈ, ਪਰ ਥੋੜੀ ਦੇਰ ਬਾਅਦ ਫਿਰ ਮਨ ਉਸੇ ਪਾਸੇ। ਥੋੜੀ ਦੇਰ ਤਾਂ ਸਮਝ ਜਾਂਦਾ ਹੈ, ਫਿਰ ਥੋੜੀ ਦੇਰ ਬਾਅਦ ਮਨ ਹੋਰ ਪਾਸੇ ਭਟਕ ਜਾਂਦਾ ਹੈ। ਇਹਨੂੰ ਕਹਿੰਦੇ ਸਦਾ। ਸਦਾ ਮੈਨੇ ਹਰ ਵੇਲੇ, ਹਰ ਸਮੇਂ, ਹਰ ਟਾਈਮ ਤੂੰ ਪਰਮੇਸ਼ਵਰ ਦੇ ਨਾਮ ਦੇ ਨਾਲ ਜੁੜਿਆ ਰਹਿ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ ਦੁਖ, ਸਭ ਵਿਸਾਰਨਾ ਅੰਗੀਕਾਰ ਉਹ ਕਰੇ ਤੇਰਾ। ਕਾਰਜ ਸਭ ਸਵਾਰਨਾ, ਕਹਿਣ ਲੱਗੇ ਜਦੋਂ ਉਹ ਤੈਨੂੰ ਅੰਗੀਕਾਰ ਕਰ ਲੇਗਾ ਤੇਰੇ ਸਾਰੇ ਦੇ ਸਾਰੇ ਹੀ ਉਹ ਕਾਰਜ ਸਵਾਰ ਦੇਗਾ। ਫਿਰ ਅਗਾਂਹ ਜਾ ਕੇ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ।
ਫਿਰ ਉੱਥੇ ਜਾ ਕੇ ਪਿਆਰਾ ਕਹਿੰਦੇ ਆ, ਕਿਤੇ ਗੁਰੂ ਅਮਰਦਾਸ ਮਹਾਰਾਜ ਜੀ ਮਨ ਨੂੰ ਚੰਚਲ ਕਹਿੰਦੇ ਆ। ਮਨ ਨੂੰ ਪਹਿਲਾਂ ਆਖਿਆ ਵੀ ਤੂੰ ਸਦਾ ਰਹੋ ਹਰ ਨਾਲੇ, ਫਿਰ ਅੱਗੇ ਜਾ ਕੇ ਕਹਿੰਦੇ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੇ ਤੂੰ ਸੁਣ ਮਨ ਮੇਰਿਆ। ਫਿਰ ਗੁਰੂ ਸਾਹਿਬ ਫਿਰ ਪਿਆਰ ਨਾਲ ਸਮਝਾਉਂਦੇ ਆ, ਕਹਿੰਦੇ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹ ਕੁਟੰਬ ਤੂੰ ਜੇ ਦੇਖਦਾ ਚੱਲੇ ਨਹੀਂ, ਤੇਰੇ ਨਾਲੇ ਸਾਥ ਤੇਰੇ ਚੱਲੇ ਨਹੀਂ, ਤਿਸ ਨਾਲ ਕਿਉਂ ਚਿਤ ਲਾਈਐ। ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ, ਪਛੋਤਾਈਐ। ਮਨ ਤੂੰ ਐਸਾ ਕੰਮ ਹੀ ਨਾ ਕਰ ਜਿਹਦੇ ਨਾਲ ਤੈਨੂੰ ਅੰਤ ਵੇਲੇ ਪਛਤਾਉਣਾ ਪੈ ਜਾਏ। ਪਰ ਜਦੋਂ ਮਾਨਸਿਕ ਤਲ ਤੇ ਅਸੀਂ, ਕਿਉਂਕਿ ਕਰਮ ਵੀ ਮਨ ਨੇ ਹੀ ਬਣਾਉਣਾ ਹੈ, ਜਦੋਂ ਅਸੀਂ ਕੋਈ ਵੀ ਕਰਮ ਕਰਦੇ ਹਾਂ ਮਨ ਦੇ ਤਲ ਤੇ ਅਸੀਂ ਉਹਦਾ ਨਤੀਜਾ ਨਹੀਂ ਵੇਖਦੇ ਕੀ ਹੋਏਗਾ। ਜਦੋਂ ਬੀਜ ਬੀਜਦੇ ਹਾਂ ਤੇ ਇਹ ਨਹੀਂ ਵੇਖਦੇ ਇਹਦਾ ਫਲ ਕੀ ਨਿਕਲੇਗਾ। ਸਾਨੂੰ ਬਾਣੀ ਅੰਦਰ ਇਹ ਸਮਝਾਇਆ ਕਿ ਬੀਜ ਬੀਜਣ ਲੱਗਿਆਂ ਤੁਸੀਂ ਦੇਖੋ ਇਹਦਾ ਫਲ ਕੀ ਹੈ, ਕਿਉਂਕਿ ਬੀਜ ਬੀਜ ਰਹੇ ਹੋ, ਫਲ ਵੀ ਤੁਹਾਨੂੰ ਹੀ ਖਾਣਾ ਪੈਣਾ ਹੈ। ਜੈਸਾ ਬੀਜ ਬੋਵੋਗੇ ਵੈਸਾ ਹੀ ਫਲ ਖਾਣਾ ਪਏਗਾ। ਇਸ ਲਈ ਐਸਾ ਕੰਮ ਮੂਲੇ ਨਾ ਕੀਚੈ, ਮੁੱਢ ਤੋਂ ਹੀ, ਸ਼ੁਰੂ ਤੋਂ ਹੀ ਐਸਾ ਕੰਮ ਕਰੀਏ ਹੀ ਨਾ ਜਿਹਦੇ ਨਾਲ ਸਾਨੂੰ ਫਲ ਤੱਕ ਪਹੁੰਚਦਿਆਂ ਪਛਤਾਉਣਾ ਪੈ ਜਾਏ। ਕਿਉਂਕਿ ਬੀਜਿਆ ਹੈ, ਜੋ ਬੀਜਿਆ ਫਿਰ ਉਹ ਖਾਣਾ ਤੇ ਪੈਣਾ ਹੀ ਹੈ। ਤੇ ਜਦੋਂ ਅਸੀਂ ਫਲ ਖਾਵਾਂਗੇ, ਫਿਰ ਜੇ ਚੰਗਾ ਬੀਜਿਆ ਤੇ ਫਿਰ ਖੁਸ਼ੀ ਮਹਿਸੂਸ ਹੋਏਗੀ, ਜੇ ਮਾੜਾ ਬੀਜਿਆ ਤੇ ਫਿਰ ਰੋਵਾਂਗੇ ਵੀ ਮੈਂ ਬੀਜ ਬੀਜਣ ਲੱਗਿਆਂ ਕਿਉਂ ਨਹੀਂ ਸੋਚਿਆ। ਅਕਸਰ ਇਸੇ ਤਰ੍ਹਾਂ ਹੁੰਦਾ ਹੈ ਕਿ ਕੋਈ ਚੰਗਾ ਨੇਕ ਕਰਮ ਕਰਨਾ ਹੋਵੇ ਤੇ ਬੰਦਾ ਸੋਚੀ ਪੈ ਜਾਂਦਾ ਹੈ, ਪਰ ਜੇ ਕੋਈ ਬੁਰਾ ਕਰਮ ਮਾੜਾ ਕਰਮ ਕਰਨਾ ਹੋਵੇ ਫਿਰ ਉਹ ਸੋਚੀ ਨਹੀਂ ਪੈਂਦਾ। ਉਹ ਕਹਿੰਦੇ ਵੀ ਬਸ ਨਿਬੇੜ ਦਿਓ ਜਿੰਨਾ ਛੇਤੀ ਹੁੰਦਾ ਹੈ। ਇਹੀ ਕਾਰਨ ਹੈ ਕਿ ਬਾਣੀ ਵਿੱਚ ਮਹਾਰਾਜ ਕਹਿੰਦੇ ਬੁਰੇ ਕਾਮ ਕੋ ਊਠ ਖਲੋਇਆ। ਖਲੋਣਾ ਕਿਨੇ ਸੀ? ਮਨ ਨੇ। ਬੁਰੇ ਕਾਮ ਕੋ ਊਠ ਖਲੋਇਆ, ਨਾਮ ਕੀ ਵੇਲਾ ਪੈ ਪੈ ਸੋਇਆ। ਤੇ ਜਦੋਂ ਵੇਲਾ ਨਾਮ ਦਾ ਆਇਆ ਤੇ ਕਹਿੰਦੇ ਸਰੀਰ ਨੂੰ ਆਲਸ ਪੈਦਾ ਕਰ ਦਿੱਤਾ, ਸਰੀਰ ਵਿੱਚ ਆਲਸ ਆ ਗਿਆ। ਆ ਬਾਣੀ ਕਹਿੰਦੇ ਅਸੀਂ ਚੰਗੇ ਭਲੇ ਹੁੰਨੇ ਆ, ਜਦੋਂ ਹੀ ਪਾਠ ਕਰਨ ਲੱਗਦੇ ਆ ਅੱਖਾਂ ਬੰਦ ਹੋਣੀਆਂ ਸ਼ੁਰੂ ਹੋ ਜਾਂਦੀਆਂ, ਪਤਾ ਹੀ ਨਹੀਂ ਨੀਂਦ ਕਿੱਥੋਂ ਆਉਣੀ ਸ਼ੁਰੂ ਹੋ ਜਾਂਦੀ ਹੈ। ਜਦੋਂ ਹੀ ਅਸੀਂ ਬਾਣੀ ਸੁਣਦੇ ਆ ਜਾਂ ਪੜ੍ਹਦੇ ਆ, ਨੀਂਦ ਆਪਣੇ ਆਪ ਆਉਣੀ ਸ਼ੁਰੂ ਹੋ ਆਉਂਦੀ ਨਹੀਂ, ਇਹ ਮਨ ਲਿਆਉਂਦਾ ਹੈ। ਕਿਉਂਕਿ ਮਨ ਸੁਣਨਾ ਹੀ ਨਹੀਂ ਚਾਹੁੰਦਾ ਪਰਮੇਸ਼ਵਰ ਦਾ ਨਾਮ, ਮਨ ਪਰਮੇਸ਼ਵਰ ਦੇ ਨਾਮ ਨਾਲ ਜੁੜਨਾ ਹੀ ਨਹੀਂ ਚਾਹੁੰਦਾ। ਇੱਕ ਘਟਨਾ ਆਪ ਜੀ ਨਾਲ ਸਾਂਝੀ ਕੀਤੀ ਸੀ ਕਿ ਜੋ ਇੱਕ ਡਰਾਈਵਰ ਗੱਡੀ ਚਲਾਉਣ ਵਾਲਾ ਹੈ, ਉਹ ਕਹਿੰਦਾ ਵੀ ਜੇ ਤਾਂ ਗੀਤ ਗਾਣੇ ਚੱਲਦੇ ਰਹਿਣਗੇ ਫਿਰ ਤਾਂ ਅੱਖ ਖੁੱਲੀ ਰਹੇਗੀ ਤੇ ਗੱਡੀ ਚੱਲਦੀ ਰਹੇਗੀ। ਜੇ ਤੁਸੀਂ ਆ ਭਜਨ ਬੰਦਗੀ ਜਾਂ ਕੀਰਤਨ ਜਾਂ ਕੋਈ ਪਾਠ ਲਾ ਦਿਓਗੇ ਤੇ ਫਿਰ ਨਹੀਂ ਮੇਰੇ ਕੋਲੋਂ ਗੱਡੀ ਚੱਲਣੀ, ਫਿਰ ਮੈਨੂੰ ਆਲਸ ਨੀਂਦ ਆ ਜਾਂਦੀ। ਇਹ ਹਕੀਕਤ ਹੈ। ਉਹ ਕਹਿੰਦਾ ਸੱਚਾਈ ਇਹ ਹੈ ਕਿ ਠੀਕ ਹੈ ਭਾਵੇਂ ਤੁਸੀਂ ਧਾਰਮਿਕ ਅਸਥਾਨ ਤੇ ਚੱਲਿਓ, ਪਰ ਮੇਰੀ ਕਮਜ਼ੋਰੀ ਇਹ ਹੈ ਕਿ ਮੈਂ ਕੀਰਤਨ ਸੁਣਦਿਆਂ ਗੱਡੀ ਨਹੀਂ ਚਲਾ ਕੇ ਜਾ ਸਕਦਾ, ਨੀਂਦ ਆਉਣ ਲੱਗ ਜਾਂਦੀ ਹੈ। ਇਹ ਹਕੀਕਤ ਹੈ। ਉਹ ਲਿਆਉਂਦਾ ਕੌਣ ਹੈ? ਮਨ। ਆਲਸ ਕੌਣ ਪੈਦਾ ਕਰਦਾ ਹੈ? ਮਨ। ਇਸ ਲਈ ਮਨ ਨੂੰ ਕਹਿੰਦੇ ਮਨਾ, ਜਦੋਂ ਬੁਰਾ ਕਰਮ ਕਰਨਾ ਸੀ ਉਦੋਂ ਤੇ ਸਰੀਰ ਨੂੰ ਬਿਲਕੁਲ ਐਕਟਿਵ ਕਰ ਦਿੱਤਾ। ਸਰੀਰ ਫਿਰ ਤਾਂ ਥਕਾਨ ਵੀ ਮਹਿਸੂਸ ਨਾ ਹੋਈ, ਭੱਜਿਆ ਜਾਂਦਾ ਹੈ, ਦੌੜਿਆ ਜਾਂਦਾ ਹੈ, ਪਰ ਜਦੋਂ ਕਿਤੇ ਨਾਮ ਦੀ ਗੱਲ ਆ ਜਾਏ ਤੇ ਫਿਰ ਸਰੀਰ ਵੀ ਨਹੀਂ ਤੁਰਦਾ। ਤੋਰਨਾ ਕਿਨੇ ਸੀ? ਮਨ ਨੇ ਤੋਰਨਾ ਸੀ। ਬੁਰੇ ਕਾਮ ਕੋ ਊਠ ਖਲੋਇਆ, ਨਾਮ ਕੀ ਵੇਲਾ ਪੈ ਪੈ ਸੋਇਆ। ਇਹ ਹੈ ਮਾਨਸਿਕ ਬਿਮਾਰੀ, ਇਹ ਹੈ ਸਾਡੇ ਮਨ ਦਾ ਰੋਗ ਜਿਹੜਾ ਸਾਨੂੰ ਇਸ ਪਾਸੇ ਚੱਲਣ ਕੋਈ ਨਹੀਂ ਦਿੰਦਾ। ਸਾਹਿਬ ਕਹਿੰਦੇ ਦੇਖ ਤੇਰੇ ਜੀਵਨ ਦੀ ਹਾਲਤ ਕੀ ਹੈ। ਚੰਗਿਆਈ ਆਲਕ ਕਰੇ। ਜਦੋਂ ਚੰਗਾ ਕਰਮ ਕਰਨਾ ਹੈ ਤੇ ਆਲਕ ਆਲਸ ਨੂੰ ਕਹਿੰਦੇ ਆ, ਉਦੋਂ ਤੂੰ ਆਲਸੀ ਹੋ ਜਾਣਾ ਹੈ। ਤੇ ਜਦੋਂ ਕੋਈ ਮਾੜਾ ਕਰਮ ਕਰਨਾ ਹੋਵੇ ਉਦੋਂ ਤੂੰ ਸ਼ੇਰ ਬਣ ਜਾਣਾ ਹੈ। ਚੰਗਿਆਈ ਆਲਕ ਕਰੇ, ਬੁਰਿਆਈ ਹੋਏ ਸ਼ੇਰ। ਬੁਰਿਆਈ ਤੈਨੂੰ ਸ਼ੇਰ ਬਣਾ ਦੇ, ਕਿਉਂਕਿ ਤੇਰੇ ਅੰਦਰ ਬੁਰਿਆਈ ਦਾ ਅਸਰ ਹੋਇਆ।
बुरियाई का प्रभाव तेरे ते इन्ना पै गया। हुण जो मन उत्ते जिहदा प्रभाव होएगा, मन उहदे प्रभाव नूं कबूल के ही चलेगा। हुण मन दे उत्ते बुरियाइयां दा प्रभाव है, ये बुरियाई वाले पासे शेर हो जाता है। मन उत्ते नाम दा प्रभाव नहीं, चंगियाइयां दा प्रभाव नहीं, ये आलसी हो जाता है। इसलिए सतगुरु जी ने आख्या तू नाम दी संभाल कर। जां चित्त कहंदा पिया भी मन प्यारिया जियो मित्रा, गोबिंद नाम संभाले। तू परमेश्वर दे नाम दी संभाल कर, परमेश्वर दे नाम नूं चेते करिया कर। धन गुरु तेग बहादुर साहब महाराज जी दे पावन सलोक असीं जदों पढ़दे हां, तकरीबन लगभग मन नूं ही आवाज़ दित्ती गई है, मन नूं ही समझाउण दा यतन कीता गया है। साहब जी कहंदे ने सुख विच सारे ही तेरे साथी ने, पर दुख दे विच कोई तेरा साथी नहीं। इसलिए मन तू परमेश्वर दे नाम दी बंदगी करिया कर, जिहड़ा तेरे सहाई होण वाला है। जां गुरु साहब दी बाणी विचों आपां शब्द पढ़ीए ते महाराज कहंदे हर बिन कौन सहाई मन का। भगत साहबान जी बाणी विच समझाउंदे आ, हर बिन कौन सहाई मन का। कहंदे ने हरि दे नाम तो बिना हे मन तू चंगी तरह अंदर पड़चोल करके वेख लै, सर्च करके वेख लै कि नाम तो बिना तेरा सहाई किने बनना है। मात पिता भाई सुत बनता हित लागो सब फन का। ये सब कुछ फना हो जाने वाला है। जे सहाई होना है तो परमेश्वर दे नाम ने सहाई होना है। ये तेनू सुख देवेगा। परमेश्वर दा नाम सुखदाई, सुख देने वाला है। इसलिए बाणी अंदर समझाया मात पिता भाई सुत बनता हित लागो सब फन का। आगे को कुछ तुलहा बांधो क्या परवासा धन का। कहन लगे आ दुनिया दे मायावी पदार्थां दा भरोसा रख के ना बैठ। अगे जिहड़े राह तू चलना है उत्थे तू ओ तुलहा ओ बेड़ा तैयार कर जिहड़ा तेरे अगे नाल निभेगा, जिहड़ा तेरे अगे साथ दे के तेरा सफ़र जिहड़ा है वो तेरा तय करवावेगा। इसलिए मन जे कोई सहाई होने वाला है तो वो परमात्मा दा नाम है। जे कोई तेरे राह विच तेरी सहायता करने वाला तो वो है परमेश्वर दा नाम। हर को नाम सदा सुखदाई जां को सिमर अजामल उदरियो गन काहूं गत पाई। जिन्ना बुरियाई दा साडे मन उत्ते असर है ना, उन्हों खत्म करने वास्ते उन्ना ही नाम दा अभ्यास करना पैना है, उन्ना ही नाम दा अभ्यासी होना पैना है। ठीक है, शुरुआत विच मन काला पएगा, शुरुआत विच मन टिकेगा नहीं, मन टिकण नहीं देगा। शुरुआत दे विच मन ने कई फुरने बनाने आ, कई तरह दीयां विचारां अंदर आउणगियां, मन काला पै जाएगा। कई बार तां गुरु दा हुक्म भी मन सुनन नहीं दिंदा, कई बार तां अरदास विच टिक के खलोण भी नहीं दिंदा मन, इन्ना मन काला पै जांदा है। ऐसे भी मिलदे ने शरीर जिहड़े कहंदे ने कि असीं हजे जपजी साहिब दा पाठ शुरू करदे हां ते जदों ही असीं पहली पौड़ी का पाठ करते हैं मन काला पैना शुरू हो जाता है। पता ही नहीं मन काला इन्ना पै जाता है भी बस उस वेले इदां लगदा भी गुटका साहब जिहड़ा वो रख दईए, हत्थां दे विच गुटका साहब जिहड़ा वो टिकाउणा भी औखा हो जाता है। इन्ना मन अंदर काला पै जाता है। क्यों? क्योंकि ये चाहुंदा ही ये है, जिहड़ी बुरियाई ने मन नूं घेरिया होया वो चाहुंदा ही ये है कि चंगियाई इहदे कोल आवे ही ना। हुण जिन्हां दे साथी नशेड़ी होणगे, नशा करन वाले, वो चाहणगे कि साडा कोई साथी नशे तो बाहर हो जाए, वो चाहणगे कि साडा कोई साथी नशा छड्ड के चला जाए। नहीं, वो लख कोशिश करनगे भी ये साडा साथ छड्ड के ना जाए। बुरियाई मन कोलों बुरे कर्म कराउंदी है। ये क्यों चाहेगी भी तुसी चंगियाई अंदर ले आओ, चंगे गुण ले आओ। इसलिए असीं भी फिर
ਚਿੱਤ ਦੀ ਗੱਲ ਸੁਣ ਕੇ ਚੰਗੇ ਰਾਹ ਤੁਰੇ ਰਹੀਏ। ਸ਼ੁਰੂਆਤ ਵਿੱਚ ਮਨ ਕਾਲਾ ਪਏਗਾ, ਪਰ ਜਿਵੇਂ ਜਿਵੇਂ ਬੁਰਿਆਈ ਦਾ ਅਸਰ ਘਟੇਗਾ ਤਿਵੇਂ ਤਿਵੇਂ ਮਨ ਟਿਕਣਾ ਸ਼ੁਰੂ ਹੋ ਜਾਏਗਾ। ਇੱਥੇ ਸਭ ਕਹਿੰਦੇ ਮਨ ਪਿਆਰਿਆ ਜੀਓ ਮਿੱਤਰਾ, ਗੋਬਿੰਦ ਨਾਮ ਸੰਭਾਲੇ। ਮਨ ਪਿਆਰਿਆ ਜੀ, ਹੁਣ ਪਹਿਲਾਂ ਜੀਓ ਆਖਿਆ, ਫਿਰ ਦੂਸਰੀ ਪੰਕਤੀ ਵਿੱਚ ਜੀ, ਜੀ ਦਾ ਅਰਥ ਹੈ ਸਤਿਕਾਰ ਦੇ ਕੇ, ਪਿਆਰ ਵਿੱਚ। ਕਹਿੰਦੇ ਨੇ ਹੇ ਮਨ ਤੂੰ ਮੇਰਾ ਪਿਆਰਾ ਮਿੱਤਰ ਹੈ, ਮੈਂ ਤਾਂ ਤੈਨੂੰ, ਦੇਖੋ ਚੰਗਾ ਮਿੱਤਰ ਚੰਗੀ ਗੱਲ ਹੀ ਮਿੱਤਰ ਨੂੰ ਸਮਝਾਏਗਾ। ਚੰਗੇ ਮਿੱਤਰ ਨੇ ਚੰਗੀ ਗੱਲ ਹੀ ਜਿਹੜੀ ਹੈ ਮਿੱਤਰ ਨੂੰ ਸਮਝਾਉਣੀ ਆ। ਜਿਹੜਾ ਮਿੱਤਰ ਆਪਣੇ ਮਿੱਤਰ ਨੂੰ ਚੰਗੀ ਗੱਲ ਨਹੀਂ ਸਮਝਾਉਂਦਾ ਉਹ ਕਦੇ ਚੰਗਾ ਨਹੀਂ ਹੋ ਸਕਦਾ, ਉਹ ਮਾੜਾ ਹੈ। ਹੁਣ ਚਿੱਤ ਤੇ ਮਨ ਆਪਸ ਵਿੱਚ ਦੋਵੇਂ ਬੜੇ ਪਿਆਰੇ ਗੂੜੇ ਮਿੱਤਰ ਨੇ। ਚਿੱਤ ਕਹਿੰਦਾ ਵੀ ਮੈਂ ਤੇਰੇ ਭਲੇ ਵਾਸਤੇ ਕਹਿਣਾ। ਕਿਉਂ ਕਹਿਣਾ? ਕਿਉਂਕਿ ਤੂੰ ਮੇਰਾ ਮਿੱਤਰ ਹੈ, ਤੇ ਮਿੱਤਰ ਹਮੇਸ਼ਾ ਮਿੱਤਰ ਦਾ ਭਲਾ ਹੀ ਚਾਹੁੰਦਾ ਹੁੰਦਾ ਹੈ। ਜਿਹੜਾ ਮਿੱਤਰ ਮਿੱਤਰ ਦਾ ਭਲਾ ਨਾ ਚਾਹਵੇ ਉਹ ਮਿੱਤਰ ਵੀ ਨਹੀਂ ਹੁੰਦਾ। ਇਸ ਲਈ ਕਹਿੰਦੇ ਮਨ ਪਿਆਰਿਆ ਜੀ ਮਿੱਤਰਾ, ਹਰ ਨਿਭ ਹੈ ਤੇਰੇ ਨਾਲੇ। ਜਿਹੜੇ ਨਾਮ ਦੀ ਸੰਭਾਲ ਮੈਂ ਤੈਨੂੰ ਕਰਨ ਵਾਸਤੇ ਕਹਿ ਰਿਹਾ ਹਾਂ, ਹੇ ਮੇਰੇ ਪਿਆਰੇ ਮਿੱਤਰ, ਇਹ ਨਾਮ ਨੇ ਹੀ ਤੇਰੇ ਨਾਲ ਨਿਭਣਾ ਹੈ। ਔੜਕ ਤੱਕ ਤੇਰੇ ਨਾਮ ਨੇ ਹੀ ਨਿਭਣਾ ਹੈ। ਭਾਵ ਜਿਹਦਾ ਤੂੰ ਮੂਲ ਹੈ, ਜਿਹਦੀ ਤੋਂ ਤੇਰੀ ਹੋਂਦ ਹੈ, ਉੱਥੇ ਤੱਕ ਪਹੁੰਚਣ ਵਾਸਤੇ ਤੈਨੂੰ ਨਾਮ ਹੀ ਤੇਰਾ ਸਹਾਈ ਹੋਵੇਗਾ। ਨਾਮ ਨੇ ਹੀ ਤੇਰੇ ਨਾਲ ਨਿਭਣਾ ਹੈ। ਇਸ ਲਈ ਬਾਰ-ਬਾਰ ਹੇ ਮਨ ਤੈਨੂੰ ਇਹ ਗੱਲ ਸਮਝਾਉਣਾ ਕਿ ਤੂੰ ਪਰਮੇਸ਼ਵਰ ਦੇ ਨਾਮ ਦੀ ਸੰਭਾਲ ਕਰਿਆ ਕਰ, ਪਰਮੇਸ਼ਵਰ ਦੇ ਨਾਮ ਦਾ ਅਭਿਆਸ ਕਰਿਆ ਕਰ। ਸੰਗ ਸਹਾਈ ਹਰ ਨਾਮ ਧਿਆਈ, ਬਿਰਥਾ ਕੋਏ ਨਾ ਜਾਏ। ਮਨ ਚਿੰਦੇ ਸਈ ਫਲ ਪਾਵਹਿ, ਚਰਨ ਕਮਲ ਚਿਤ ਲਾਏ। ਫਿਰ ਮਨ ਨੂੰ ਸਮਝਾਇਆ, ਸੰਗ ਸਹਾਈ ਹਰ ਨਾਮ ਧਿਆਈ। ਜਦੋਂ ਤੂੰ ਹੇ ਮਨ ਨਾਮ ਨੂੰ ਧਿਆਵੇਂਗਾ, ਇਹ ਤੇਰਾ ਸੰਗੀ ਬਣ ਜਾਏਗਾ। ਸੰਗ ਦੇ ਗੱਗੇ ਨੂੰ ਸਿਹਾਰੀ ਹੈ ਸੰਗੀ, ਇਹ ਤੇਰਾ ਸੰਗੀ ਬਣ ਜਾਏਗਾ। ਸਹਾਈ ਤੇ ਤੇਰਾ ਸੰਗੀ ਬਣ ਕੇ ਤੇਰੀ ਹਰ ਵੇਲੇ ਸਹਾਇਤਾ ਕਰੇਗਾ। ਹਰ ਵੇਲੇ ਤੇਰੇ ਮਨ ਨੂੰ ਇਹ ਡੋਲਣ ਨਹੀਂ ਦੇਗਾ। ਮਨ ਤੂੰ ਡੋਲੇਗਾ ਨਹੀਂ, ਤੂੰ ਚਿੰਤਤ ਨਹੀਂ ਹੋਏਗਾ। ਤੇਰੇ ਅੰਦਰ, ਜਾਂ ਇਦਾਂ ਕਹਿ ਲਈਏ ਕਿ ਜਿਹਨੇ ਨਾਮ ਦਾ ਆਸਰਾ ਲੈ ਲਿਆ, ਉਹ ਕਦੇ ਮਾਨਸਿਕ ਤਲ ਤੇ ਡਿਪਰੈਸ਼ਨ ਵਿੱਚ ਜਾਂਦਾ ਹੀ ਨਹੀਂ ਹੈ, ਕਿਉਂਕਿ ਨਾਮ ਉਹਨੂੰ ਹਰ ਵੇਲੇ ਹੌਸਲਾ ਦੇ ਕੇ ਰੱਖਦਾ ਹੈ। ਉਹ ਕਦੇ ਵੀ ਚਿੰਤਤ ਨਹੀਂ ਹੁੰਦਾ, ਕਦੇ ਵੀ ਉਹਨੂੰ ਕੋਈ ਚਿੰਤਾ ਸਤਾਉਂਦੀ ਹੋਈ ਨਹੀਂ ਹੈ, ਕਿਉਂਕਿ ਜਿਹਦਾ ਸੰਗੀ ਪਰਮੇਸ਼ਵਰ ਦਾ ਸੱਚਾ ਨਾਮ ਬਣ ਜਾਏ। ਤੇ ਸੱਚਾ ਨਾਮ ਕਿੱਥੇ ਹੈ? ਸੱਚੀ ਗੁਰਬਾਣੀ ਵਿੱਚ। ਜਿਹਨੇ ਗੁਰਬਾਣੀ ਦਾ ਆਸਰਾ ਲੈ ਲਿਆ, ਉਹਦਾ ਮਨ ਕਦੇ ਡਾਵਾਡੋਲ ਨਹੀਂ ਹੁੰਦਾ, ਉਹਦਾ ਮਨ ਕਦੇ ਚਿੰਤਾ ਵਿੱਚ ਨਹੀਂ ਹੁੰਦਾ, ਕਦੇ ਫਿਕਰ ਨਹੀਂ ਕਰਦਾ, ਕਦੇ ਪਰੇਸ਼ਾਨੀਆਂ ਵਿੱਚ ਨਹੀਂ ਉਹਦਾ ਮਨ ਘਿਰਦਾ। ਇਸ ਲਈ ਸੰਗ ਸਹਾਈ, ਇਹ ਤੇਰਾ ਸੰਗੀ ਹੈ, ਇਹ ਤੇਰੇ ਸਹਾਈ ਹੋਣ ਵਾਲਾ ਹੈ। ਹਰ ਨਾਮ ਧਿਆਈ, ਇਸ ਲਈ ਪਿਆਰੇ ਮਿੱਤਰਾ ਤੂੰ ਨਾਮ ਨੂੰ ਧਿਆਇਆ ਕਰ, ਤੂੰ ਨਾਮ ਨੂੰ ਜਪਿਆ ਕਰ। ਬਿਰਥਾ ਕੋਏ ਨਾ ਜਾਏ। ਜਿਨ੍ਹਾਂ ਜਿਨ੍ਹਾਂ ਨੇ ਪਰਮੇਸ਼ਵਰ ਦੇ ਨਾਮ ਦੀ ਕਮਾਈ ਕੀਤੀ ਹੈ, ਉਹ ਕੋਈ ਵੀ ਫਿਰ ਖਾਲੀ ਨਹੀਂ ਜਾਂਦਾ। ਉਹ ਫਿਰ ਪਰਮੇਸ਼ਵਰ ਦੇ ਨਾਮ ਦਾ ਖਜ਼ਾਨਾ ਲੈ ਕੇ ਜਾਂਦਾ ਹੈ। ਉਹ ਪਰਮੇਸ਼ਵਰ ਦੇ ਨਾਮ ਦੀਆਂ ਬਖਸ਼ਿਸ਼ਾਂ ਨਾਲ ਭਰ ਕੇ ਜਾਂਦਾ ਹੈ। ਇੱਥੇ ਬਿਰਥਾ ਦਾ ਅਰਥ ਹੈ ਖਾਲੀ। ਕੋਈ ਵੀ ਖਾਲੀ ਨਹੀਂ ਮੁੜਦਾ। ਕਹਿੰਦੇ ਨੇ ਉਹ ਵਾਹਿਗੁਰੂ ਨਾਮ ਦੀਆਂ ਬਖਸ਼ਿਸ਼ਾਂ ਲੈ ਕੇ ਜਾਂਦਾ ਹੈ। ਮਨ ਚਿੰਦੇ ਸੇਈ ਫਲ ਪਾਵੈ, ਚਰਨ ਕਮਲ ਚਿਤ ਲਾਏ। ਜਿਨ੍ਹਾਂ ਨੇ ਮਨ ਨੇ, ਜਿਨ੍ਹਾਂ ਦੇ ਮਨ ਨੇ ਚਿੱਤ ਦੀ ਗੱਲ ਮੰਨ ਕੇ ਚਿੱਤ ਦੀ ਸੰਗਤ ਕਰ ਲਈ, ਕਹਿੰਦੇ ਨੇ ਉਹ ਫਿਰ ਚਿੱਤ ਦੇ ਨਾਲ ਜੁੜ ਕੇ ਚਰਨ ਕਮਲ, ਉਹ ਵਾਹਿਗੁਰੂ ਜੀ ਦੇ ਕਮਲ ਵਰਗੇ ਜਿਹੜੇ ਪਵਿੱਤਰ ਚਰਨ ਨੇ,
ਉਹਨਾਂ ਦੇ ਵਿੱਚ ਜਦੋਂ ਮਨ ਟਿਕ ਜਾਂਦਾ ਹੈ, ਧਿਆਨ ਰੱਖਿਓ ਚਿੱਤ ਦੇ ਨਾਲ ਜੁੜ ਕੇ, ਜਿੰਨਾ ਚਿਰ ਹੁਣ ਇੱਕ ਗੱਲ ਹੋਰ ਸਮਝ ਕੇ ਚੱਲਣਾ, ਚਿੱਤ ਸ਼ਾਂਤ ਹੈ, ਮਨ ਵਿੱਚ ਗਰਮੀ ਭਰੀ ਪਈ ਹੈ। ਗਰਮੀ ਦਾ ਅਰਥ ਮਨ ਵਿੱਚ ਕ੍ਰੋਧ ਭਰਿਆ ਪਿਆ, ਇੰਨਾ ਕ੍ਰੋਧ ਭਰਿਆ ਪਿਆ ਕਿ ਮਾਨਸਿਕ, ਕਈ ਵਾਰੀ ਬੰਦਾ ਕਹਿੰਦਾ ਵੀ ਮੇਰਾ ਦਿਮਾਗ ਅੱਜ ਬੜਾ ਗਰਮ ਹੈ। ਕਈ ਵਾਰੀ ਕਹਿ ਦਿੰਦੇ ਨਾ ਵੀ ਅੱਜ ਮੇਰਾ ਦਿਮਾਗ ਬੜਾ ਗਰਮ ਹੈ, ਅੱਜ ਮੈਨੂੰ ਬੁਲਾਈ ਨਾ, ਕਿਉਂਕਿ ਪਤਾ ਨਹੀਂ ਇਹ ਦਿਮਾਗ ਗਰਮ ਹੈ, ਇਹਦੇ ਵਿੱਚੋਂ ਕਿਹੜਾ ਕਬੋਲ ਨਿਕਲ ਜਾਏ, ਕਿਹੜਾ ਭੈੜਾ ਬੋਲ ਨਿਕਲ ਜਾਏ, ਅੱਜ ਮੈਨੂੰ ਬੁਲਾਇਓ ਨਾ, ਅੱਜ ਮੇਰਾ ਦਿਮਾਗ ਗਰਮ ਹੈ, ਕਿਉਂਕਿ ਅੱਜ ਚੰਗੇ ਬੋਲ ਨਹੀਂ ਮੂੰਹ ਚੋਂ ਨਿਕਲਣੇ। ਫਿਰ ਜਿਹੜਾ ਇੱਕ ਠੰਡਾ ਹੈ, ਅਸੀਂ ਦੇਖਦੇ ਹਾਂ ਨਾ, ਆ ਬਿਜਲੀ ਚੱਲਦੀ ਹੈ, ਬੱਲਬ ਜਗ ਰਹੇ ਆ, ਟਿਊਬ ਜਗ ਰਹੀ ਹੈ, ਦੋ ਤਾਰਾਂ ਦੇ ਸਹਾਰੇ ਹੀ ਹੈ, ਤੇ ਤਾਰਾਂ ਵੀ ਤੁਸੀਂ ਵੇਖੋ ਇੱਕ ਠੰਡੀ ਹੁੰਦੀ ਹੈ, ਇੱਕ ਗਰਮ ਹੁੰਦੀ ਹੈ। ਤੇ ਜੇ ਦੋਵੇਂ ਤਾਰਾਂ ਗਰਮ ਹੋ ਜਾਣ ਤੇ ਕੀ ਹੋਏਗਾ? ਫਿਰ ਪਟਾਕਾ ਪੈ ਜਾਏਗਾ, ਉਸ ਵੇਲੇ ਨੁਕਸਾਨ ਹੋ ਜਾਏਗਾ। ਤੇ ਜੇ ਚਿੱਤ ਵੀ ਮਨ ਦੇ ਮਗਰ ਲੱਗ ਕੇ ਗਰਮ ਹੋ ਜਾਏ ਤੇ ਫਿਰ ਵਿਸਫੋਟ ਹੋ ਜਾਏਗਾ, ਇਹ ਨਾੜਾਂ ਫਟ ਜਾਣਗੀਆਂ ਦਿਮਾਗ ਦੀਆਂ। ਇਸ ਲਈ ਚਿੱਤ ਹਮੇਸ਼ਾ ਮਨ ਨੂੰ ਠੰਡਾ ਕਰਨ ਦੀ ਕੋਸ਼ਿਸ਼ ਕਰਦਾ ਹੈ, ਕਿਉਂਕਿ ਚਿੱਤ ਗਰਮ ਨਹੀਂ ਹੁੰਦਾ, ਚਿੱਤ ਵਿੱਚ ਕ੍ਰੋਧ ਨਹੀਂ ਆਉਂਦਾ। ਤਾਂ ਹੀ ਤੇ ਮਹਾਰਾਜ ਕਹਿੰਦੇ ਜਿਸ ਦਿਨ ਮਨ ਤੂੰ ਚਿੱਤ ਦੀ ਸੰਗਤ ਕਰ ਲੇਗਾ ਨਾ, ਉਸ ਦਿਨ ਤੂੰ ਫਿਰ ਸੰਤ ਬਣ ਜਾਏਗਾ। ਉਸ ਦਿਨ ਸੰਤ ਦਾ ਅਰਥ ਕੀ ਹੁੰਦਾ ਹੈ? ਸੰਤ ਦਾ ਅਰਥ ਹੁੰਦਾ ਸ਼ਾਂਤ ਰਹਿਣ ਵਾਲਾ। ਸੰਤ ਪਹਿਰਾਵੇ ਦਾ ਨਾਮ ਨਹੀਂ, ਸੰਤ ਦਾ ਅਰਥ ਹੈ ਜਿਹਦਾ ਮਸਤਕ ਠੰਡਾ ਰਹਿੰਦਾ ਹੈ, ਜੋ ਮਾਨਸਿਕ ਤਲ ਦੇ ਉੱਤੇ ਸ਼ਾਂਤ ਹੋ ਜਾਏ, ਉਹਨੂੰ ਸੰਤ ਕਹਿੰਦੇ ਆ। ਇਸ ਲਈ ਸਾਹਿਬ ਕਹਿੰਦੇ ਸੰਤ ਸ਼ਰਨ ਜੋ ਜਨ ਪਰੈ, ਸੋ ਜਨ ਉਦਰਨ ਹਾਰ। ਹੁਣ ਜਨ ਕੌਣ ਹੈ? ਜਨ ਮਨ ਹੈ, ਤੇ ਸੰਤ ਕੌਣ? ਸੰਤ ਚਿੱਤ ਹੈ। ਜਿਹੜਾ ਮਨ ਜਨ ਬਣ ਕੇ ਸੰਤ ਰੂਪੀ ਚਿੱਤ ਦੀ ਸ਼ਰਨ ਵਿੱਚ ਆ ਜਾਏ, ਉਸ ਜਨ ਦਾ ਉਧਾਰ ਹੋ ਜਾਂਦਾ ਹੈ। ਹੋਰ ਬਾਣੀ ਵਿੱਚੋਂ ਆਪਾਂ ਸਮਝਣ ਦਾ ਯਤਨ ਕਰੀਏ। ਸਤਿਗੁਰੂ ਜੀ ਮਨ ਨੂੰ ਆਵਾਜ਼ ਦੇ ਕੇ ਕਹਿੰਦੇ ਨੇ, ਕਹਿਣ ਲੱਗੇ ਇਹ ਮਨ ਹਰ ਜੀ ਧਿਆਏ ਤੂੰ। ਕਹਿ ਤਾਂ ਮਨ ਨੂੰ ਰਹੇ ਆ ਨਾ, ਇਹ ਮਨ ਹਰ ਜੀ ਧਿਆਏ ਤੂੰ, ਇੱਕ ਮਨ ਇੱਕ ਚਿੱਤ ਪਾਏ। ਤੂੰ ਇੱਕ ਮਨ ਇੱਕ ਚਿੱਤ ਹੋਣਾ ਪੈਣਾ। ਤੁਸੀਂ ਹਜੇ ਦੋ ਵੱਖਰੇ ਵੱਖਰੇ ਹੋ, ਚਿੱਤ ਤੇ ਮਨ, ਪਰ ਤੁਹਾਨੂੰ ਦੋਵਾਂ ਨੂੰ ਇਕੱਠਿਆਂ ਹੋਣਾ ਪੈਣਾ। ਅੰਦਰ ਗਿਆਨ, ਅੰਦਰ ਚਾਨਣ ਕਦੋਂ ਹੋਏਗਾ? ਫਿਰ ਥੋੜਾ ਸਮਝ ਲੈਣਾ। ਆ ਜਿਹੜਾ ਬੱਲਬ ਜਗਦਾ ਪਿਆ, ਰੋਸ਼ਨੀ ਦਿੰਦਾ, ਇਹ ਕਿਉਂ ਦਿੰਦਾ ਹੈ? ਕਿਉਂਕਿ ਦੋ ਤਾਰਾਂ ਆਪਸ ਵਿੱਚ ਜੁੜ ਗਈਆਂ ਨੇ। ਇੱਕ ਉਹ ਹੈ ਜਿਹੜੀ ਠੰਡੀ ਆ, ਇੱਕ ਉਹ ਹੈ ਜਿਹੜੀ ਗਰਮ ਹੈ। ਇਹ ਦੋਵੇਂ ਜੁੜੀਆਂ ਨੇ ਤਾਂ ਬੱਲਬ ਜਗਦਾ, ਰੋਸ਼ਨੀ ਹੁੰਦੀ ਪਈ ਹੈ। ਤੇ ਜੇ ਦੋਵੇਂ ਹੀ ਗਰਮ ਹੋ ਜਾਣ, ਦੋਵੇਂ ਠੰਡੀਆਂ ਹੋ ਜਾਣ, ਤੇ ਇਹ ਚਾਨਣ ਕੋਈ ਨਹੀਂ ਜੇ ਹੋਣਾ। ਬਸ ਸਾਡੇ ਅੰਦਰ ਦੀ ਵੀ ਖੇਡ ਇਹੀ ਹੈ। ਕਹਿੰਦੇ ਇਹ ਮਨ ਹਰ ਜੀ ਧਿਆਏ ਤੂੰ, ਇੱਕ ਮਨ ਇੱਕ ਚਿੱਤ ਭਾਏ। ਹਰ ਕੀਆਂ ਸਦਾ ਸਦਾ ਵਡਿਆਈਆਂ ਦੇ ਨਾ ਪਛਤਾਏ। ਉਹਦੀਆਂ ਵਡਿਆਈਆਂ ਨੇ ਕਿ ਉਹ ਦਾਤਾਂ ਦੇ ਕੇ ਪਛਤਾਉਂਦਾ ਨਹੀਂ ਹੈ। ਜਾਂ ਅੱਜ ਦਾ ਹੁਕਮ ਤੁਸੀਂ ਪੜ੍ਹ ਕੇ ਆਏ ਹੋ, ਮਹਾਰਾਜ ਜੀ ਕਹਿੰਦੇ ਆ ਵੀ ਮਨ ਚਿੰਦੇ ਸਈ ਫਲ ਪਾਵੇਂ, ਚਰਨ ਕਮਲ ਚਿਤ ਲਾਏ। ਕਹਿੰਦੇ ਨੇ ਤੇਰੀਆਂ ਸਭੇ ਇੱਛਾ ਪੂਰੀਆਂ ਹੋ ਜਾਣਗੀਆਂ, ਤੇਰੇ ਮਨ ਵਿੱਚ ਸਬਰ ਸੰਤੋਖ ਆ ਜਾਏਗਾ, ਤੇਰੇ ਅੰਦਰ ਦੀ ਤ੍ਰਿਸ਼ਨਾ ਮੁੱਕ ਜਾਏਗੀ। ਕਿਉਂਕਿ ਜੇ ਅਸੀਂ ਸੰਸਾਰ ਵੱਲ ਚੱਲੀਏ, ਇੱਕ ਇੱਛਾ ਪੂਰੀ ਹੁੰਦੀ ਹੈ, ਦੂਜੀ ਤਿਆਰ, ਦੂਜੀ ਹੋਵੇ ਤੀਜੀ ਤਿਆਰ, ਤੀਜੀ ਹੋਵੇ ਚੌਥੀ, ਮੁੱਕਦੀਆਂ ਹੀ ਨਹੀਂ। ਪਰ ਕਹਿੰਦੇ ਜੇ ਤੂੰ ਨਾਮ ਨਾਲ ਜੁੜ ਜਾਏ ਤੇ ਸਭੇ ਇੱਛਾ ਪੂਰੀਆਂ ਹੋ ਜਾਣਗੀਆਂ। ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾਂ ਕੇ ਵਸ ਹੈ ਕਾਮ ਧੇਨਾ। ਸੋ ਐਸਾ ਹਰ ਧਿਆਈਐ ਮੇਰੇ ਜੀਅੜੇ, ਤਾਂ ਸਰਬ ਸੁਖ ਪਾਵੇਂ ਮੇਰੇ ਮਨਾ। ਹੇ ਮੇਰੇ ਮਨ, ਤੈਨੂੰ ਸਾਰੇ ਦੇ ਸਾਰੇ ਸੁਖ ਪ੍ਰਾਪਤ ਹੋ ਜਾਣਗੇ। ਇਸ ਲਈ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਖਿਆ, ਕਹਿੰਦੇ ਮਨ ਚਿੰਦੇ ਸੇਈ ਫਲ ਪਾਵੇਂ, ਚਰਨ ਕਮਲ ਚਿਤ ਲਾਏ। ਉਹਨਾਂ ਦੇ ਮਨ ਵਿੱਚ ਜੋ ਇੱਛਾ ਹੁੰਦੀ ਹੈ ਉਹਨੂੰ ਫਲ ਲੱਗ ਜਾਂਦਾ ਹੈ। ਜਿਹੜੇ ਚਿੱਤ ਨਾਲ ਜੁੜ ਕੇ ਵਾਹਿਗੁਰੂ ਜੀ ਦੇ ਚਰਨਾਂ ਦੇ ਵਿੱਚ ਜੁੜ ਜਾਂਦੇ ਹਨ। ਜਲ ਥਲ ਪੂਰ ਰਹਿਆ ਬਨਵਾਰੀ,
ਘਟ ਘਟ ਨਦਰ ਨਿਹਾਲੇ। ਨਾਨਕ ਸਿੱਖ ਦੇ ਮਨ ਪ੍ਰੀਤਮ ਸਾਧ ਸੰਗ ਭ੍ਰਮ ਜਾਲੇ। ਗੁਰੂ ਅਰਜਨ ਦੇਵ ਮਹਾਰਾਜ ਜੀ ਮਨ ਨੂੰ ਸਮਝਾਉਂਦਿਆਂ ਹੋਇਆਂ ਕਹਿ ਰਹੇ ਨੇ, ਕਹਿੰਦੇ ਮਨ ਤੈਨੂੰ ਫਲ ਦੀ ਪ੍ਰਾਪਤੀ ਹੋ ਜਾਏਗੀ। ਤੂੰ ਵਾਹਿਗੁਰੂ ਜੀ ਦੇ ਜਿਹੜੇ ਕਮਲ ਵਰਗੇ ਚਰਨ ਨੇ ਉਹਨਾਂ ਦੇ ਨਾਲ ਚਿੱਤ ਲਾ। ਜਲ ਥਲ ਪੂਰ ਰਹਿਆ ਬਨਵਾਰੀ। ਜਿਹੜਾ ਪਰਮੇਸ਼ਵਰ ਜਲ ਵਿੱਚ, ਕਿਉਂਕਿ ਜਲ ਦੇ ਲੱਲੇ ਨੂੰ ਸਿਹਾਰੀ, ਥਲ ਦੇ ਲੱਲੇ ਨੂੰ ਸਿਹਾਰੀ, ਕਹਿੰਦੇ ਜਿਹੜਾ ਜਲ ਵਿੱਚ ਥਲ ਵਿੱਚ ਹਰ ਪੱਖ ਦੇ ਵਿੱਚ ਉਹ ਪੂਰੇ ਦਾ ਪੂਰਾ ਹੈ। ਕੋਈ ਐਸਾ ਕਣ ਨਹੀਂ ਜਿੱਥੇ ਉਹ ਅਧੂਰਾ ਹੋਵੇ। ਉਹ ਹਰ ਥਾਂ ਤੇ ਵਸਦਾ ਹੋਇਆ ਹਰ ਥਾਂ ਤੇ ਪੂਰਾ ਹੈ। ਉਹ ਹਰ ਸਮੇਂ ਦੇ ਵਿੱਚ ਵੀ ਪੂਰਾ ਹੈ। ਇਹ ਨਹੀਂ ਕਿ ਇਕੱਲਾ ਜਲ ਤੇ ਥਲ ਦੇ ਵਿੱਚ, ਉਹ ਹਰ ਸਮੇਂ ਦੇ ਵਿੱਚ ਪੂਰਾ ਹੈ। ਆਦ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ਰ ਹੈ। ਪਰਮੇਸ਼ਵਰ ਪੂਰਾ ਹੈ, ਬਾਕੀ ਤੇ ਸਾਰੇ ਆਪਾਂ ਅਧੂਰੇ ਹੀ ਆ। ਤੇ ਅਧੂਰੇ ਨੇ ਹੀ ਪੂਰੇ ਵੱਲ ਚੱਲਣਾ ਹੈ ਪੂਰਾ ਹੋਣ ਵਾਸਤੇ। ਸਤਿਗੁਰੂ ਜੀ ਕਹਿੰਦੇ ਉਹ ਜਲ ਵਿੱਚ ਥਲ ਵਿੱਚ ਪੂਰ ਰਹਿਆ ਬਨਵਾਰੀ। ਕਹਿੰਦੇ ਜਿਹਦਾ ਹੁਕਮ ਸਾਰੇ ਸੰਸਾਰ ਦੇ ਵਿੱਚ ਚੱਲਦਾ, ਜਾਂ ਪੂਰੇ ਦਾ ਪੂਰਾ ਬ੍ਰਹਿਮੰਡ ਜਿਹਦੇ ਹੁਕਮ ਦੇ ਵਿੱਚ ਹੈ। ਬਨ ਕਹਿੰਦੇ ਜੰਗਲ ਨੂੰ, ਬਨਵਾਰੀ ਕਹਿੰਦੇ ਆ ਵੀ ਜੰਗਲ ਦੇ ਵਿੱਚ ਜਿੰਨੇ ਵੀ ਫੁੱਲ ਨੇ ਨਾ, ਉਹਨਾਂ ਸਾਰਿਆਂ ਦੀ ਇੱਕ ਮਾਲਾ ਬਣਾ ਲਈ ਜਾਏ ਤੇ ਕੀ ਹੋਏਗਾ, ਇੱਕ ਗੋਲ ਆਕਾਰ ਬਣ ਜਾਏਗਾ। ਇਹਦਾ ਮਤਲਬ ਹੈ ਕਿ ਪੂਰੇ ਦਾ ਪੂਰਾ ਬ੍ਰਹਿਮੰਡ ਜਿਹੜਾ ਨਾ, ਪੂਰੇ ਦਾ ਪੂਰਾ ਬ੍ਰਹਿਮੰਡ ਹੀ ਉਹਦੇ ਹੁਕਮ ਦੇ ਵਿੱਚ ਹੈ। ਕੋਈ ਉਹਦੇ ਹੁਕਮ ਤੋਂ ਬਾਹਰ ਨਹੀਂ। ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ। ਉਹ ਜਲ ਵਿੱਚ ਵੀ ਹੈ, ਥਲ ਵਿੱਚ ਵੀ ਹੈ। ਘਟ ਘਟ ਨਦਰ ਨਿਹਾਲੇ। ਘਟ ਹਿਰਦਾ ਕਹਿੰਦੇ ਆ, ਉਹ ਹਰ ਇੱਕ ਦੇ ਹਿਰਦੇ ਦੇ ਵਿੱਚ ਵੀ ਵਸਿਆ ਹੋਇਆ ਹੈ। ਘਟ ਘਟ ਮੈਂ ਹਰ ਜੂ ਬਸੈ ਸੰਤਨ ਕਹਿਓ ਪੁਕਾਰ। ਕਹਿੰਦੇ ਉਹ ਹਰ ਇੱਕ ਦੇ ਹਿਰਦੇ ਵਿੱਚ ਵਸਿਆ ਹੋਇਆ ਔਰ ਹਰ ਇੱਕ ਨੂੰ ਆਪਣੀ ਨਜ਼ਰ ਦੇ ਨਾਲ ਵੇਖ ਕੇ ਉਹ ਨਿਹਾਲ ਕਰ ਰਿਹਾ ਹੈ। ਇਹ ਵੀ ਆਪਾਂ ਸਮਝ ਲਈਏ ਕਿ ਸਾਡੀ ਨਜ਼ਰ ਤੋਂ ਉਹ ਪਰੇ ਹੈ, ਪਰ ਉਹਦੀ ਨਜ਼ਰ ਤੋਂ ਕੋਈ ਵੀ ਪਰੇ ਨਹੀਂ। ਉਹਦੀ ਨਜ਼ਰ ਦੇ ਤੋਂ ਕੋਈ ਵੀ ਓਲਾ ਨਹੀਂ ਰੱਖ ਸਕਦਾ। ਸਾਡੀ ਨਜ਼ਰ ਦੇ ਅੱਗੇ ਤਾਂ ਕਈ ਓਲੇ ਹੋ ਜਾਂਦੇ ਆ। ਜੋ ਸਾਡੀ ਨਜ਼ਰ ਦੇਖ ਰਹੀ ਹੈ ਜ਼ਰੂਰੀ ਨਹੀਂ ਕਿ ਵੈਸਾ ਹੀ ਹੋਵੇ। ਕਈ ਵਾਰੀ ਨਜ਼ਰ ਦਾ ਧੋਖਾ ਵੀ ਹੋ ਜਾਂਦਾ ਹੈ। ਬੰਦਾ ਦੇਖ ਰਿਹਾ ਕੁਝ ਹੋਰ ਹੁੰਦਾ ਹੈ ਪਰ ਨਿਕਲਦਾ ਕੁਝ ਹੋਰ ਹੈ। ਪਰ ਉਸ ਮਾਲਕ ਦੀ ਨਜ਼ਰ ਦੇ ਵਿੱਚ ਕੋਈ ਵੀ ਓਲਾ ਨਹੀਂ ਰੱਖਿਆ ਜਾ ਸਕਦਾ। ਉਹਦੀ ਨਜ਼ਰ ਤੋਂ ਕੁਝ ਵੀ ਲੁਕਾਇਆ ਨਹੀਂ ਜਾ ਸਕਦਾ। ਕਹਿੰਦੇ ਉਹ ਹਰ ਇੱਕ ਥਾਂ ਤੇ, ਹਰ ਇੱਕ ਜਗ੍ਹਾ ਦੇ ਵਿੱਚ, ਜਲ ਤੇ ਥਲ ਵਿੱਚ ਵਸਿਆ ਹੋਇਆ ਪਰਮੇਸ਼ਵਰ ਹਰ ਇੱਕ ਦੇ ਹਿਰਦੇ ਦੇ ਅੰਦਰ ਬੈਠ, ਹਰ ਇੱਕ ਦੇ ਹਿਰਦੇ ਦੇ ਅੰਦਰ ਵਸ ਕੇ ਹਰ ਇੱਕ ਦੇ ਉੱਤੇ ਨਜ਼ਰ ਕਰਕੇ ਬੈਠਾ ਹੈ। ਉਹਦੀ ਜਿਹਦੇ ਉੱਤੇ ਨਜ਼ਰ ਹੋ ਜਾਏ ਉਹ ਨਿਹਾਲ ਹੋ ਜਾਂਦਾ ਹੈ। ਇਸ ਲਈ ਨਾਨਕ ਸਿੱਖ ਦੇ ਮਨ ਪ੍ਰੀਤਮ। ਹੇ ਮੇਰੇ ਪ੍ਰੀਤਮ ਮਨ, ਹੇ ਮੇਰੇ ਪਿਆਰੇ ਮਨ, ਤੈਨੂੰ ਇੱਕ ਸਿੱਖ ਦਾ ਅਰਥ ਹੈ ਸਿੱਖਿਆ। ਤੈਨੂੰ ਇੱਕ ਸਿੱਖਿਆ ਦੇਣੀ ਹੈ ਕਿ ਤੂੰ ਇੱਕ ਕੰਮ ਕਰ। ਜੇ ਤੂੰ ਨਾਮ ਦੀ ਸੰਭਾਲ ਨਹੀਂ ਨਾ ਕਰ ਪਾ ਰਿਹਾ, ਜੇ ਤੂੰ ਪਰਮੇਸ਼ਵਰ ਦੇ ਨਾਮ ਦੀ ਬੰਦਗੀ ਨਹੀਂ ਕਰ ਪਾ ਰਿਹਾ, ਤਾਂ ਫਿਰ ਇੱਕ ਕੰਮ ਕਰ, ਸਾਧ ਸੰਗ ਭ੍ਰਮ ਜਾਲੇ। ਤੂੰ ਸਾਧ ਸੰਗ, ਸਾਧ ਕਹਿੰਦੇ ਗੁਰੂ, ਸੰਗ ਅਸੰਗਤ, ਤੂੰ ਗੁਰਮੁਖਾਂ ਦੀ ਸੰਗਤ ਦੇ ਵਿੱਚ ਆ। ਸਤਿਗੁਰੂ ਨੇ ਦੇਖੋ ਸਾਨੂੰ ਹੱਲ ਵੀ ਦੱਸ ਦਿੱਤਾ। ਬਹੁਤ ਐਸੇ ਸਰੀਰ ਮਿਲਦੇ ਨੇ ਦੋ ਪ੍ਰਕਾਰ ਦੇ। ਇੱਕ ਕਹਿੰਦੇ ਆ ਵੀ ਸਾਡਾ ਮਨ ਬਾਣੀ ਵਿੱਚ ਬੜਾ ਲੱਗਦਾ ਹੈ, ਸਾਡਾ ਧਿਆਨ ਬਾਣੀ ਵਿੱਚ ਬੜਾ ਲੱਗਦਾ ਹੈ। ਜਦੋਂ ਹੀ ਅਸੀਂ ਪਾਠ ਕਰਦੇ ਹਾਂ ਜਾਂ ਨਿਤਨੇਮ ਕਰਦੇ ਹਾਂ ਜਾਂ ਸਿਮਰਨ ਕਰਦੇ ਹਾਂ, ਬਸ ਸਾਡਾ ਧਿਆਨ ਇੰਨਾ ਲੱਗ ਜਾਂਦਾ ਹੈ, ਸਭ ਕੁਝ ਭੁੱਲ ਜਾਂਦਾ ਹੈ। ਇੱਕ ਉਹ ਨੇ ਜਿਹੜੇ ਕਹਿੰਦੇ ਸਾਡਾ ਧਿਆਨ ਬਿਲਕੁਲ ਹੀ ਉੱਕਾ ਹੀ ਨਹੀਂ ਲੱਗਦਾ। ਬਸ ਸਾਡਾ ਉਸ ਵੇਲੇ ਬਸ ਮਨ ਕਾਹਲਾ ਪੈ ਜਾਂਦਾ ਹੈ ਕਿ ਤੂੰ ਬਸ ਪਾਠ ਕਰ ਹੀ ਨਾ, ਸਿਮਰਨ ਕਰ ਹੀ ਨਾ।
ਤੇ ਮਹਾਰਾਜ ਜੀ ਉਹਨਾਂ ਨੂੰ ਸਮਝਾਉਂਦੇ ਆ ਵੀ ਤੈਨੂੰ ਇੱਕ ਸਿੱਖਿਆ ਦੇਵਾਂ। ਸਿੱਖਿਆ ਦਾ ਮਤਲਬ ਤੈਨੂੰ ਇੱਕ ਗੱਲ ਸਮਝਾਵਾਂ। ਕਹਿਣ ਲੱਗੇ ਕਿ ਜੇ ਤੇਰਾ ਮਨ ਇੰਨਾ ਹੀ ਮਾਨਸਿਕ ਹਾਲਤ ਤੇਰੀ ਖਰਾਬ ਹੈ ਨਾ, ਜੇ ਤੇਰੇ ਮਾਨਸਿਕ ਹਾਲਤ ਇੰਨੀ ਜ਼ਿਆਦਾ ਖਰਾਬ ਹੈ ਕਿ ਮਨ ਪਰਮੇਸ਼ਵਰ ਦੇ ਨਾਮ ਦੀ ਸੰਭਾਲ ਹੀ ਨਹੀਂ ਕਰ ਪਾ ਰਿਹਾ, ਜੇ ਇਹ ਨਾਮ ਨਾਲ ਜੁੜ ਹੀ ਨਹੀਂ ਪਾ ਰਿਹਾ, ਤੇ ਸਾਹਿਬ ਜੀ ਕਹਿੰਦੇ ਫਿਰ ਇੱਕ ਕੰਮ ਕਰ, ਸਾਧ ਸੰਗ ਤੂੰ ਗੁਰਮੁਖਾਂ ਦੀ ਸੰਗਤ ਕਰਿਆ ਕਰ, ਗੁਰਮੁਖਾਂ ਦੀ ਸੰਗਤ ਵਿੱਚ ਆ ਕੇ ਜੁੜਿਆ ਕਰ। ਇਹਦੇ ਨਾਲ ਕੀ ਹੋਏਗਾ? ਭਰਮ ਜਾਲੇ, ਜਿਹੜਾ ਤੇਰੇ ਅੰਦਰ ਭਰਮ ਬਣਿਆ ਨਾ, ਉਹ ਅੰਦਰੋਂ ਸੜ ਕੇ ਖਤਮ ਹੋ ਜਾਏਗਾ। ਜਿਹੜਾ ਭਰਮ ਤੇਰੇ ਮਨ ਨੂੰ ਟਿਕਣ ਕੋਈ ਨਹੀਂ ਦੇ ਰਿਹਾ, ਕਿਉਂਕਿ ਜਿਸ ਤਰ੍ਹਾਂ ਤੇਰਾ ਮਨ ਮੰਨੀ ਬੈਠਾ ਉਹ ਨਹੀਂ ਸੱਚ, ਤੇ ਜਿਹੜਾ ਸੱਚ ਹੈ ਉਹ ਤੇਰਾ ਮਨ ਮੰਨਣ ਨੂੰ ਤਿਆਰ ਨਹੀਂ। ਜੈਸਾ ਮਾਨੀਏ ਹੋਏ ਨਾ ਤੈਸਾ, ਜਿੱਦਾਂ ਦਾ ਮੰਨ ਰਹੇ ਹਾਂ ਉਦਾਂ ਦਾ ਹੈ ਨਹੀਂ, ਤੇ ਜਿੱਦਾਂ ਦਾ ਹੈ ਉਦਾਂ ਦਾ ਅਸੀਂ ਮੰਨ ਕੋਈ ਨਹੀਂ ਰਹੇ ਹਾਂ। ਕਬੀਰ ਸਾਹਿਬ ਨੇ ਆਖਿਆ ਨਾ ਵੀ ਮੈਂ ਤਾਂ ਆਪਣੇ ਮਨ ਵਿੱਚੋਂ ਭਰਮ ਮਿਟਾ ਲਏ, ਹੁਣ ਮੇਰਾ ਮਨ ਤੇ ਰਾਜੀ ਹੋ ਗਿਆ, ਪਰ ਕੀ ਕਰਾਂ, ਲੋਕਾਂ ਦਾ ਮਨ ਨਹੀਂ ਰਾਜੀ ਹੁੰਦਾ। ਹੁਣ ਲੋਕ ਮੇਰੇ ਮਨ ਤੋਂ ਸਹਿਮਤ ਨਹੀਂ ਹੁੰਦੇ, ਤੇ ਕਬੀਰ ਸਾਹਿਬ ਕਹਿੰਦੇ ਹੁਣ ਮੈਂ ਜਿਹੜੀ ਖੇਡ ਬਣਾ ਲਈ ਆ ਨਾ ਅੰਦਰ, ਹੁਣ ਮੈਂ ਲੋਕਾਂ ਮਗਰ ਲੱਗ ਕੇ ਦੁਬਾਰਾ ਉਸ ਭਰਮ ਦੇ ਵਿੱਚ ਨਹੀਂ ਪੈਣਾ ਚਾਹੁੰਦਾ। ਇਸ ਲਈ ਮਨ ਮਾਨੇ ਲੋਗ ਨਾ ਪਤੀਜੈ। ਹੁਣ ਲੋਕ ਨਹੀਂ ਖੁਸ਼ ਹੁੰਦੇ, ਤੇ ਜੇ ਨਹੀਂ ਹੁੰਦੇ ਤੇ ਕਹਿੰਦੇ ਫਿਰ ਮੈਂ ਕੀ ਕਰ ਸਕਦਾ, ਕਿਉਂਕਿ ਮੈਂ ਲੋਕਾਂ ਮਗਰ ਲੱਗ ਕੇ ਆਪਣੀ ਖੇਡ ਨਹੀਂ ਵਿਗਾੜਨਾ ਚਾਹੁੰਦਾ, ਮੈਂ ਲੋਕਾਂ ਮਗਰ ਲੱਗ ਕੇ ਆਪਣਾ ਰਸਤਾ ਨਹੀਂ ਬਦਲਣਾ ਚਾਹੁੰਦਾ। ਜਿਹੜਾ ਰਸਤਾ ਮੈਨੂੰ ਮਿਲ ਗਿਆ ਇਹ ਮੇਰੀ ਮੰਜ਼ਿਲ ਤੱਕ ਜਾਂਦਾ ਹੈ, ਤੇ ਮੈਂ ਲੋਕਾਂ ਮਗਰ ਲੱਗ ਕੇ ਹੁਣ ਮੰਜ਼ਿਲ ਆਪਣੀ ਜਿਹੜੀ ਹੈ ਉਹ ਕਿਉਂ ਆਪਣੀ ਮੰਜ਼ਿਲ ਗਵਾਵਾਂ। ਜਿਸ ਦਿਨ ਧੰਨ ਗੁਰੂ ਅੰਗਦ ਦੇ ਪਾਤਸ਼ਾਹ ਜੀ ਭਾਈ ਲਹਿਣਾ ਜੀ ਦੇ ਰੂਪ ਵਿੱਚ ਜਾਂਦੇ ਨੇ, ਯਾਤਰਾਵਾਂ ਤੇ ਜਥਾ ਲੈ ਕੇ ਜਾਂਦੇ ਆ ਖਡੂਰ ਸਾਹਿਬ, ਖਡੂਰ ਪਿੰਡ ਦਾ ਨਾਮ ਹੈ, ਆਪਣੇ ਪਿੰਡ ਤੋਂ ਜਥਾ ਲੈ ਕੇ ਜਾਂਦੇ ਆ ਰੋਜ਼। ਜਦੋਂ ਵੀ ਸਮਾਂ ਮਿਲਦਾ ਹੈ ਜਥਾ ਲੈ ਕੇ ਤੇ ਜਾਣਾ ਦੇਵੀ ਦੀ ਯਾਤਰਾ ਵਾਸਤੇ। ਅੱਜ ਜਦੋਂ ਕਹਿੰਦੇ ਨੇ ਭਾਈ ਸ਼ੀਹੇ ਦੀ ਸੰਗਤ ਮਿਲ ਗਈ, ਜਦੋਂ ਗੁਰੂ ਕੇ ਪਿਆਰਿਆਂ ਦੀ ਸੰਗਤ ਮਿਲ ਗਈ, ਜਦੋਂ ਸ਼ਬਦ ਦੀ ਰੰਗਤ ਅੰਦਰ ਆ ਗਈ, ਤੇ ਅੱਜ ਜਦੋਂ ਕਰਤਾਰਪੁਰ ਸਾਹਿਬ ਕੋਲੋਂ ਲੰਘਣ ਲੱਗੇ ਨਾ, ਤੇ ਅੱਜ ਕਹਿੰਦੇ ਘੋੜੀ ਦੀ ਲਗਾਮ ਖਿੱਚ ਲਈ, ਰੁਕ ਗਈ ਘੋੜੀ। ਜਥੇ ਨੇ ਆਖਿਆ ਵੀ ਭਾਈ ਲਹਿਣਾ ਜੀ ਕੀ ਗੱਲ ਇੱਥੇ ਖਲੋ ਗਏ ਹੋ, ਅੱਗੇ ਨਹੀਂ ਜਾਣਾ? ਕਹਿੰਦੇ ਨਹੀਂ, ਅੱਜ ਮੇਰਾ ਚਿੱਤ ਨਹੀਂ ਕਰਦਾ ਮੈਂ ਅੱਗੇ ਜਾਵਾਂ, ਅੱਜ ਤੁਸੀਂ ਇੱਥੇ ਬੈਠੋ ਥੋੜੇ ਸਮੇਂ ਲਈ। ਇਹ ਕਰਤਾਰਪੁਰ ਵਿੱਚ ਕਰਤਾ ਵਸਦਾ ਹੈ, ਇਹ ਕਰਤਾਰਪੁਰ ਵਿੱਚ ਨਾਨਕ ਜੀ ਵਸਦੇ ਆ, ਤੇ ਅੱਜ ਮੈਂ ਨਾਨਕ ਜੀ ਦੇ ਦਰਸ਼ਨ ਕੀਤਿਆਂ ਬਿਨਾਂ ਨਹੀਂ ਜਾਣਾ। ਕਹਿੰਦੇ ਨੇ ਅੰਦਰ ਜਾ ਕੇ ਜਦੋਂ ਗੁਰੂ ਨਾਨਕ ਸਾਹਿਬ ਜੀ ਦੀ ਤਾਂਗ ਲੈ ਕੇ ਅੰਦਰ ਗਏ ਆ, ਔਰ ਕੋਈ ਸ਼ੱਕ ਨਹੀਂ, ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗਿਆ ਹੋਏ ਲੇਤ ਹੈ। ਆਪ ਗੁਰੂ ਸਾਹਿਬ ਜੀ ਘੋੜੀ ਦੀ ਲਗਾਮ ਪਕੜ ਕੇ ਲੈ ਕੇ ਆਉਂਦੇ ਆ, ਤੇ ਜਦੋਂ ਗੁਰੂ ਨਾਨਕ ਸਾਹਿਬ ਜੀ ਦੇ ਦੀਦਾਰ ਕੀਤੇ, ਦਰਸ਼ਨ ਕੀਤੇ ਨੇ, ਤਨ ਮਨ ਹੋਏ ਨਿਹਾਲ, ਜਾਂ ਗੁਰ ਦੇਖਾ ਸਾਹਮਣੇ। ਹੁਣ ਐਸੀ ਬਖਸ਼ਿਸ਼ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਵਿੱਚੋਂ ਮਿਲ ਗਈ। ਵਾਪਸ ਆਏ, ਤੇ ਵਾਪਸ ਆ ਕੇ ਕਹਿੰਦੇ ਆਪਣੇ ਜਥੇ ਨੂੰ, ਕਹਿੰਦੇ ਜਿਸ ਮੰਜ਼ਿਲ ਤੇ ਮੈਂ ਪਹੁੰਚਣਾ ਸੀ ਉਹ ਮੰਜ਼ਿਲ ਮੈਨੂੰ ਮਿਲ ਗਈ, ਜਿਸ ਮੁਕਾਮ ਤੇ ਮੈਂ ਪਹੁੰਚਣਾ ਚਾਹੁੰਦਾ ਸੀ ਉਹ ਰਾਹ ਮਿਲ ਗਿਆ। ਉਹ ਰਾਹ ਹੁਣ ਕਰਤਾਰਪੁਰ ਤੋਂ ਹੋ ਕੇ ਜਾਂਦਾ ਹੈ। ਜਿਹੜਾ ਕਰਤੇ ਵੱਲ ਜਾਂਦਾ ਨਾ ਰਾਹ, ਉਹ ਕਰਤਾਰਪੁਰ ਹੋ ਕੇ ਜਾਂਦਾ ਹੈ। ਇਸ ਲਈ ਤੁਸੀਂ ਅੱਗੇ ਜਾਣਾ ਤੇ ਜਾਓ, ਹੁਣ ਮੈਂ ਇਸ ਰਾਹ ਨਹੀਂ ਤੁਰ ਸਕਦਾ। ਤੇ ਜਥੇ ਨੇ ਆਖਿਆ ਕਮਾਲ ਹੋ ਗਈ, ਇੰਨੇ ਸਾਲ ਹੋ ਗਏ, ਇੰਨੇ ਸਾਲ ਯਾਤਰਾਵਾਂ ਕਰਦਿਆਂ ਅੱਜ ਤੂੰ ਕਹਿੰਦਾ ਵੀ ਇਸ ਰਾਹ ਮੈਂ ਕੋਈ ਨਹੀਂ ਜਾਣਾ। ਕਹਿਣ ਲੱਗੇ ਨਹੀਂ, ਅੱਜ ਹੀ ਤਾਂ ਪਤਾ ਲੱਗਾ ਵੀ ਅਸਲ ਰਾਹ ਕਿਹੜਾ ਹੈ। ਭੂਲੇ ਮਾਰਗ ਜਿਨਹੇ ਬਤਾਇਆ ਐਸਾ ਗੁਰ ਵੱਡ ਭਾਗੀ ਪਾਇਆ। ਉਹ ਮੈਂ ਭਾਗਾਂ ਵਾਲੇ ਨੇ ਐਸਾ ਗੁਰੂ ਪਾ ਲਿਆ ਜਿਹਨੇ ਮੈਨੂੰ ਸਿੱਧਾ ਮਾਰਗ ਦਿਖਾ ਦਿੱਤਾ ਹੈ। ਇਸੇ ਤਰ੍ਹਾਂ ਮਹਾਰਾਜ ਜੀ ਕਹਿੰਦੇ ਆ, ਜੇ ਮਨ ਤੂੰ ਨਾਮ ਦੇ ਨਾਲ ਨਹੀਂ ਜੁੜ ਪਾ ਰਿਹਾ, ਨਾਮ ਦੀ ਕਮਾਈ ਨਹੀਂ ਕਰ ਪਾ ਰਿਹਾ, ਤੇ ਫਿਰ ਇੱਕ ਕੰਮ ਕਰ, ਨਾਨਕ ਸਿੱਖ ਦੇ ਮਨ ਪ੍ਰੀਤਮ। ਮਨ ਪ੍ਰੀਤਮ ਨੂੰ ਨਾਨਕ ਜੀ ਕਹਿੰਦੇ ਮੈਂ ਤੈਨੂੰ ਸਿੱਖਿਆ ਦਿੰਨਾ ਇੱਕ,
तेरा मन जिहड़ा तू टिक भी जाएगा ते नाम दी कमाई भी कर लेगा। साध संग भ्रम जाले, तू गुरमुखां दी संगत करिया कर। जे भाई लहणा जी गुरु नानक साहब जी दे कोल आए आ ते सिद्धा नहीं आ गए। करतारपुर तो ते पहला किन्नी बार लंघे होणगे, किन्नी बार यात्रावां बाहर दियां कीतियां ने, पर अज करतारपुर क्यों रुक गए? क्योंकि भाई जोध दी संगत मिल गई करन वास्ते। अज भाई शीहें दी संगत मिल गई ते ये दो गुरु के प्यारे रंग रतड़ियां रूहां ने। एक शब्द दा अभ्यास करन वाला, करवाउण वाला, और एक सबर ते संतोख दा जीवन बना के दिखाउण वाला भी आ है सबर ते संतोख। एक आउंदा है भाई जोध ते भाई लहणा जी कहंदे आ जिन्ना चिर मैं सौदा तोलदा तू कोई शब्द ही सुना दे। जिन्ना चिर सौदा तोल के मैं दिना तू जिहड़ी बाणी पढ़दा है वो बाणी सुना, क्योंकि तेरे मुख तो निकले होए बोल मेरे मन नूं ठंड पाउंदे आ। अमृत बाणी हर हर तेरी, सुन सुन होवै परम गत मेरी। जलन बुझी शीतल होए मनुआ, सतगुर का दर्शन पाए जियो। अज भाई लहणा जी दे कदम रुक गए। गुरु अमरदास महाराज ने किन्नियां यात्रावां कीतियां, लगभग 19 वार तां यात्रा हो चुकी है। इन्नी वार यात्रावां हो चुकियां ने, पर अज जदों बीबी अमरो जी कोलों शब्द सुनिया ते अज मन कहंदा भी नहीं, बाहर दियां यात्रावां नाल गल नहीं बननी, हुण गल बननी है उस राह ते तुरिया जिस राह ते तुर के मंजिल मिल जाए। वो राह किस पासे हो गया? वो चला गया खडूर साहब वाले पासे, गुरु अंगद देव महाराज जी वाले पासे। पर गए किवें? जदों बीबी अमरो जी कोलों गुरबाणी दा शब्द सुन लिया। इत्थे महाराज जी कहंदे आ साध संग भ्रम जाले, तू गुरमुखां दी संगत कर। रंग रतड़ियां रूहां दी संगत कर, जिन्हां ने अपने मन नूं नाम दे रंग विच रंग लिया। तू उन्हां दी संगत कर। जदों उन्हां दी संगत करेगा तेरे अंदर दे सारे भरम जल के स्वाह हो जाणगे, भटकना तेरी खत्म हो जाएगी। फिर ये मन तू परमेश्वर दे नाम दी संभाल कर लवेंगा। मन प्यारिया जी मित्रा, हर बिन झूठ पसारे। मन प्यारिया जियो मित्रा, बिख सागर संसारे। फिर गुरु अर्जन देव महाराज जी मन नूं समझाउंदे ने, मन प्यारिया जी मित्रा। हे मेरे प्यारे मन जी, हे मेरे मित्र जी, किन्ने प्यार नाल समझा रहे आ। असीं अपने मित्र नूं आवाज़ मारीए ते ओए आवाज़ मारदे हो, पर गुरु साहब कहंदे नहीं, मेरे प्यारिया मित्र जी मेरी गल सुनो। हर बिन झूठ पसारे, हरि दे नाम, क्योंकि नाम सच्चा है, हरि सच्चा है, उहदा नाम सच्चा है। कहंदे बाकी सारा पसारा जिहड़ा है वो झूठ दा है, ते तू झूठ नाल मोह पा के बैठ गया। ये जग रचना सब झूठ है, जान लिहो रे मीत। है प्यारे मित्र मन, ये जगत दी रचना झूठी है, तू इहदे नाल मोह प्यार ना पा। तू परमेश्वर दे नाम दी संभाल कर। ये सारा ही कुछ नाम तो बिना जो भी पसारा तैनूं दिसदा है झूठ है। मन प्यारिया जियो मित्रा, बिख सागर संसारे। संसार समुंदर, एक पानी दा समुंदर है, एक संसार समुंदर है। पानी वाले समुंदर विच तां असीं पार लंघ जांगे, क्योंकि असीं बड़ी तरक्की कर लई है। समुंदरी जहाज भी बना लए ने, हवाई जहाज भी बना लिया। असीं कहांगे नाम दी संभाल क्यों करनी है, हवाई जहाज ते चलदे आ, समुंदरी जहाज ते। पर नहीं महाराज कहंदे एक होर जहाज है, वो है परमेश्वर दे नाम दा। उहदे नाल भवजल पार होना है, संसार समुंदर पार होना है। कहंदे ने ये वो संसार सागर है जिहड़ा बिख नाल भरिया पिया, जहर नाल भरिया पिया, विकारां दी बुराइयां दी जहर नाल भरिया पिया है। हे मेरे प्यारे मित्र, ये जिहड़ा संसार
ਵਿਕਾਰਾਂ ਦੀ ਜ਼ਹਿਰ ਨਾਲ ਭਰਿਆ ਪਿਆ ਹੈ। ਚਰਨ ਕਮਲ ਕਰ ਬੋਹਿਤ ਕਰਤੇ, ਸਹਸਾ ਦੁਖ ਨਾ ਵਿਆਪੈ। ਗੁਰ ਪੂਰਾ ਭੇਟੈ ਵਡ ਭਾਗੀ, ਆਠ ਪਹਿਰ ਪ੍ਰਭ ਜਾਪੈ। ਸਤਿਗੁਰੂ ਮਹਾਰਾਜ ਜੀ ਸਮਝਾਉਂਦੇ ਆ ਕਿ ਪਿਆਰੇ ਮਿੱਤਰ, ਇਹ ਜਿਹੜਾ ਸਾਗਰ ਸੰਸਾਰ ਸਮੁੰਦਰ ਤੂੰ ਪਾਰ ਕਰਨਾ ਹੈ, ਇਹਦੇ ਵਿੱਚ ਬੜੇ ਜ਼ਹਿਰੀਲੇ ਜੀਵ ਨੇ, ਜਿਨ੍ਹਾਂ ਵਿੱਚੋਂ ਲੰਘ ਕੇ ਜਾਣਾ ਤੇਰੇ ਵੱਸ ਦੀ ਗੱਲ ਨਹੀਂ। ਕਿਹੜੇ ਜ਼ਹਿਰੀਲੇ ਜੀਵ ਨੇ? ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ। ਇਹ ਜਿੰਨੇ ਵੀ ਜੀਵ ਨੇ ਬੜੇ ਜ਼ਹਿਰੀਲੇ ਨੇ, ਤੈਨੂੰ ਪਾਰ ਨਹੀਂ ਲੰਘਣ ਦੇਣਗੇ। ਇਸ ਵਾਸਤੇ ਮਨ ਚਰਨ ਕਮਲ ਕਰ ਬੋਹਿਥ। ਬੋਹਿਥ ਕਹਿੰਦੇ ਜਹਾਜ਼ ਨੂੰ। ਚਰਨ ਕਮਲ, ਕਮਲ ਵਰਗੇ ਚਰਨ ਜਿਹੜੇ ਵਾਹਿਗੁਰੂ ਜੀ ਦੇ ਨੇ, ਕਰ ਤੂੰ ਉਹਨਾਂ ਨੂੰ ਜਹਾਜ਼ ਬਣਾ ਲੈ। ਜਿਹੜੇ ਵਾਹਿਗੁਰੂ ਜੀ ਦੇ ਚਰਨ ਹੈ ਨਾ, ਚਰਨ ਕੀ ਹੈ? ਪਰਮੇਸ਼ਵਰ ਦਾ ਨਾਮ। ਜਿਹੜਾ ਪਰਮੇਸ਼ਵਰ ਦਾ ਨਾਮ ਹੈ, ਤੂੰ ਉਹਨੂੰ ਜਹਾਜ਼ ਬਣਾ ਲੈ। ਜਦੋਂ ਤੂੰ ਉਹਨੂੰ ਜਹਾਜ਼ ਬਣਾ ਲੇਗਾ, ਫਿਰ ਤੇਰਾ ਮਨ ਸਹਿਮਿਆ ਨਹੀਂ ਰਹੇਗਾ। ਫਿਰ ਤੂੰ ਸਹਿਮਿਆ ਡਰਿਆ ਹੋਇਆ ਨਹੀਂ ਰਹੇਗਾ। ਕੋਈ ਦੁੱਖ ਤੈਨੂੰ ਵਿਆਪੇਗਾ ਨਹੀਂ, ਕੋਈ ਦੁੱਖ ਨਹੀਂ ਵਿਆਪੇਗਾ, ਕੋਈ ਡਰ ਨਹੀਂ ਤੈਨੂੰ ਅੰਦਰੋਂ ਸਤਾਵੇਗਾ। ਚਰਨ ਕਮਲ ਕਰ ਬੋਹਿਥ ਕਰਤੇ, ਸਹਸਾ ਦੁਖ ਨਾ ਵਿਆਪੈ। ਕਹਿੰਦੇ ਕੋਈ ਦੁੱਖ ਤੈਨੂੰ ਵਿਆਪੇਗਾ ਵੀ ਨਹੀਂ। ਤੇਰਾ ਮਨ ਅੰਦਰ ਜਿਹੜਾ ਨਾ ਡਰ, ਕਿਸੇ ਪ੍ਰਕਾਰ ਦਾ ਡਰ ਵੀ ਨਹੀਂ ਰਹੇਗਾ। ਤੂੰ ਉਹ ਜਹਾਜ਼ ਵਿੱਚ ਸਵਾਰ ਹੋ ਜਿਹੜਾ ਵਾਹਿਗੁਰੂ ਜੀ ਦੇ ਚਰਨਾਂ ਦਾ ਹੈ, ਭਾਵ ਪਰਮੇਸ਼ਵਰ ਦੇ ਨਾਮ ਦਾ। ਗੁਰ ਪੂਰਾ ਭੇਟੈ ਵਡ ਭਾਗੀ, ਆਠ ਪਹਿਰ ਪ੍ਰਭ ਜਾਪੈ। ਪਰ ਕਹਿੰਦੇ ਨੇ ਨਾਮ ਇੱਕ, ਤੁਸੀਂ ਦੇਖੋ ਜੇ ਆਪਾਂ ਲੰਮਾ ਸਫ਼ਰ ਕਰਨਾ ਹੋਵੇ ਨਾ, ਤੇ ਕਈ ਵਾਰੀ ਸਾਨੂੰ ਰਸਤੇ ਵਿੱਚ ਸਟੇ ਵੀ ਕਰਨਾ ਪੈਂਦਾ ਹੈ। ਤੇ ਜਿੱਥੇ ਰਸਤੇ ਵਿੱਚ ਸਟੇ ਕਰਨਾ ਪਵੇ, ਉੱਥੋਂ ਅੱਗੋਂ ਜਹਾਜ਼ ਬਦਲਣਾ ਵੀ ਪੈਂਦਾ ਹੈ। ਹੁਣ ਨਾਮ ਦੇ ਜਹਾਜ਼ ਵਿੱਚ ਸਵਾਰ ਹੋ ਕੇ ਕਿਨਾਰੇ ਤੇ ਲੱਗਣਾ ਹੈ, ਪਰ ਉਰਲੇ ਕਿਨਾਰੇ ਤੇ ਸਾਨੂੰ ਇੱਕ ਜਹਾਜ਼ ਹੋਰ ਹੈ ਜਿਹਦੇ ਤੇ ਸਵਾਰ ਹੋਣਾ ਪਏਗਾ, ਜਿਹਨੇ ਸਾਨੂੰ ਦੂਜੇ ਜਹਾਜ਼ ਤੇ ਸਵਾਰ ਕਰਾਉਣਾ ਹੈ। ਉਹ ਕਿਹੜਾ ਹੈ? ਕਹਿਣ ਲੱਗੇ ਗੁਰ ਜਹਾਜ਼ ਖੇਵਟ ਗੁਰੂ, ਗੁਰ ਬਿਨ ਤਰਿਆ ਨਾ ਕੋਏ। ਪਹਿਲਾਂ ਗੁਰੂ ਦੇ ਜਹਾਜ਼ ਵਿੱਚ ਤਾਂ ਸਵਾਰ ਹੋਈਏ। ਥੋੜਾ ਹੋਰ ਸੌਖਾ ਸਮਝ ਲਿਓ। ਪਹਿਲਾਂ ਆਪਾਂ ਹੁਣ ਗੁਰਬਾਣੀ ਨਾਲ ਜੁੜਨ ਆਏ ਆ। ਗੁਰਬਾਣੀ ਨਾਲ ਜੁੜਨ ਤੋਂ ਪਹਿਲਾਂ ਅਸੀਂ ਕਿੱਥੇ ਆਏ ਆ? ਗੁਰਦੁਆਰੇ ਆਏ ਆ। ਗੁਰਦੁਆਰਾ ਸਾਹਿਬ ਆ ਕੇ ਸੰਗਤ ਵਿੱਚ ਬੈਠੇ ਆ, ਤਾਂ ਹੀ ਬਾਣੀ ਸੁਣਨ ਨੂੰ ਮਿਲ ਰਹੀ ਹੈ ਨਾ। ਗੁਰਬਾਣੀ ਸੰਗਤ ਵਿੱਚ ਆ ਕੇ ਬੈਠੇ ਆ, ਤਾਂ ਹੀ ਨਾਮ ਸੁਣਨ ਨੂੰ ਮਿਲ ਰਿਹਾ। ਇਹਦਾ ਮਤਲਬ ਪਹਿਲਾਂ ਗੁਰੂ ਨੂੰ ਮਿਲਣਾ ਪੈਣਾ ਹੈ। ਗੁਰੂ ਨੂੰ ਮਿਲ ਕੇ ਫਿਰ ਗੁਰੂ ਨੇ ਨਾਮ ਦੇ ਜਹਾਜ਼ ਵਿੱਚ ਸਵਾਰ ਕਰਾਉਣਾ ਹੈ। ਸਾਹਿਬ ਕਹਿੰਦੇ ਗੁਰ ਪੂਰਾ ਭੇਟੈ ਵੱਡ ਭਾਗੀ। ਭੇਟਾ ਦਾ ਅਰਥ ਕੀ ਹੁੰਦਾ? ਮਿਲਾਪ, ਮਿਲਣਾ। ਜਿਹੜੇ ਵੱਡੇ ਭਾਗਾਂ ਵਾਲਿਆਂ ਨੇ ਪੂਰੇ ਗੁਰੂ ਨੂੰ ਮਿਲਣਾ ਕੀਤਾ, ਆਠ ਪਹਿਰ ਪ੍ਰਭ ਜਾਪੈ, ਉਹ ਫਿਰ ਮਨ ਕਰਕੇ ਅੱਠੇ ਪੈਰ ਵਾਹਿਗੁਰੂ ਜੀ ਨੂੰ ਜਪਦੇ ਆ, ਅੱਠੇ ਪੈਰ ਨਾਮ ਨੂੰ ਜਪਦੇ ਆ। ਇੱਥੇ ਗੁਰੂ ਸਾਹਿਬ ਨੇ ਕਿਹਾ, ਕਹਿਣ ਲੱਗੇ ਚਰਨ ਕਮਲ ਕਰ ਬੋਹਿਥ ਕਰਤੇ। ਤੇ ਬਾਣੀ ਵਿੱਚ ਆਪਾਂ ਪੜ੍ਹਦੇ ਹਾਂ, ਗੁਰ ਜਹਾਜ਼ ਖੇਵਟ ਗੁਰੂ, ਗੁਰ ਬਿਨ ਤਰਿਆ ਨਾ ਕੋਏ। ਇਸ ਲਈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਜਿਨ੍ਹਾਂ ਨੇ ਪੂਰੇ ਗੁਰੂ ਦਾ ਮਿਲਾਪ ਹਾਸਲ ਕੀਤਾ, ਵੱਡੇ ਭਾਗਾਂ ਵਾਲਿਆਂ ਨੇ, ਉਹ ਫਿਰ ਅੱਠੇ ਪੈਰ ਪਰਮੇਸ਼ਵਰ ਦੇ ਨਾਮ ਨੂੰ ਮਨ ਕਰਕੇ ਜਪਦੇ ਹਨ। ਆਦ ਜੁਗਾਦੀ ਸੇਵਕ ਸੁਆਮੀ, ਭਗਤਾ ਨਾਮ ਆਧਾਰੇ। ਨਾਨਕ ਸਿੱਖ ਦੇ ਮਨ ਪ੍ਰੀਤਮ, ਬਿਨ ਹਰ ਝੂਠ ਪਸਾਰੇ। ਹੁਣ ਗੁਰੂ ਸਾਹਿਬ ਨਾਲ ਨਾਲ ਸਿੱਖਿਆ ਵੀ ਦੇ ਰਹੇ ਨੇ, ਨਾਲ ਨਾਲ ਸਮਝਾ ਵੀ ਰਹੇ ਨੇ। ਬਾਅਦ ਵਿੱਚ ਇਹ ਨਾ ਕੋਈ ਕਵੇ ਕਿ ਮੈਨੂੰ ਤਾਂ ਸਿੱਖਿਆ ਦਿੱਤੀ ਨਹੀਂ, ਵੀ ਮੈਨੂੰ ਤੇ ਸਿਖਾਇਆ ਹੀ ਨਹੀਂ। ਸਿਖਾ ਰਹੇ ਆ, ਮਨ ਸਿੱਖਣ ਨੂੰ ਤਿਆਰ ਨਾ ਹੋਵੇ, ਉਹ ਗੱਲ ਵੱਖਰੀ ਹੈ। ਗੁਰਬਾਣੀ ਤਾਂ ਸਾਨੂੰ ਸੁਣਾ ਰਹੀ ਹੈ, ਜੇ ਆਪਾਂ ਹੀ ਨਹੀਂ ਸੁਣਾਂਗੇ ਤੇ ਕਸੂਰ ਕਿਹਦਾ ਹੈ? ਸੂਰਜ ਤਾਂ ਨਿਕਲ ਆਇਆ, ਮੈਂ ਹੀ ਨਹੀਂ ਅੱਖਾਂ ਖੋਲੀਆਂ, ਤੇ ਕਸੂਰ ਕਿਹਦਾ ਹੈ? ਅੱਖਾਂ ਤੇ ਸਾਨੂੰ ਖੋਲਣੀਆਂ ਪੈਣੀਆਂ ਨਾ। ਇਸ ਲਈ ਸਾਹਿਬ ਜੀ ਨੇ ਫਿਰ ਮਨ ਨੂੰ ਸਿੱਖਿਆ ਦੇ ਕੇ ਸਮਝਾਇਆ
कहन लगे ध्यान रख, आद जुगादी सेवक स्वामी भगतां नाम आधारे। वो जिहड़ा सारे संसार दा आद है, जिहदा अपना कोई आद नहीं। करते तो कुदरत बनी है, निरंकार तो संसार बने है। पर करते तो पहला की है? कुछ भी नहीं। निरंकार तो पहला की है? किसी का भी आकार नहीं है। करते दी होंद किस तो है? सानू अज तक नहीं पता लगा। ना तत है, ना मत है, ना जत है, ना पत है। सानू उहदी होंद दा अज तक नहीं पता लगा, क्योंकि रूप ना रेख ना रंग किछ त्रै गुण ते प्रभ भिन्न। इसलिए वो जिहड़ा जिन्हें इस जुगां दी समय दी आरंभ कीती है, ते जिहड़े जुगां जुगां तो भगत सेवक उहदे होए ने, ये सारे दे सारे नाम दे ही आसरे तरे ने। 15 भगत गुरु ग्रंथ साहब विच बैठे आ, ते 15 नूं ही पुछ लो। बाकियां नूं ते आपां नूं पता नहीं होएगा भी कौन कित्थे किहड़ा भगत है, पर 15 भगत ते साडे सामने ही ने। उन्हां दे बोल, उन्हां दी बाणी साडे सामने है, ते 15 दे 15 भगत साहबानां दी बाणी पढ़ो, वो दसणगे भी असीं किहदा आसरा लैके तरे आ। वो कहंदे असीं नाम दे आसरे तरे आ। असीं उहदी भगती दे रंग विच रत्ते होए, ਉਹਦੇ ਵਿੱਚ ਲੀਨ ਹੋ ਕੇ ਇਸ ਭਵਜਲ ਤੋਂ ਤਰੇ ਹਾਂ। ਆਦ ਜੁਗਾਦੀ ਸੇਵਕ ਸੁਆਮੀ ਭਗਤਾਂ ਨਾਮ ਆਧਾਰੇ। ਉਹਨਾਂ ਨੂੰ ਨਾਮ ਦਾ ਹੀ ਆਸਰਾ ਸੀ। ਇਸ ਲਈ ਨਾਨਕ ਸਿੱਖ ਦੇ ਮਨ ਪ੍ਰੀਤਮ, ਇਸ ਮਨ ਪ੍ਰੀਤਮ ਨੂੰ ਸਿੱਖਿਆ ਜਿਹੜੀ ਆ ਉਹ ਦੇ ਰਹੇ ਨੇ। ਬਿਨ ਹਰ ਝੂਠ ਪਸਾਰੇ, ਇੱਕ ਨਾਮ ਤੋਂ ਬਿਨਾਂ सारा पसारा ही जिहड़ा वो झूठ दा है। इसलिए मन तू झूठ संसार पदार्थां दे नाल ना जुड़, तू सच परमेश्वर दे नाम दी कमाई कर। तू नाम दा आसरा लै, जिहदे नाल तेरे सारे भरम भी खत्म हो जाणगे, भटकना भी खत्म हो जाएगी, और इस बिख जहर नाल भरे होए संसार समुंदर तो भी तेरा पार उतारा हो जाएगा। भाव ये नाम दे जहाज विच सवार हो के मन जीव आत्मा तक पहुँच जाएगा। फिर जीव आत्मा दे समेल नाल इस निरंकार अकाल पुरख वाहिगुरु जी की प्राप्ति हो जाएगी। पर जिहड़ियां जुगतियां सिक्ख्या दे के गुरु साहब जी समझाउंदे आ, आपां गुरु साहब जी तो सिक्ख्या लैण आए आ। गुरबाणी पढ़ के कुछ सीखना है, ते जिहड़े जिहड़े गुरबाणी विचों जुगती सिख लैणगे वो इस भवजल चो तर जाणगे। गुर किरपा जह नर को कीनी, ते ए जुगत पछानी। नानक लीन भयो गोबिंद स्यों, ज्यो पानी संग पानी। गुरु साहब जी किरपा करन। अज दे समय अनुसार आप जी ने इत्थों तक ही जो ये छंत रूप विच गुरु अर्जन देव पातशाह दा पावन शब्द है, इत्थों तक दी ही विचार आप जी ने सरवण जो कीती है कबूल कर लैनी। विचारां करदियां बेअंत भुल्लां होईयां सतगुरु बख्श देण। अगे तो मेहर दा हथ रख के विचार करन दा बल बख्शण। सबना नूं एक मन एक चित होण दा बल बख्शण। जिथे आप जी गुरबाणी कीर्तन कथा विचारां इस अस्थान तो सरवण करदे हो, उत्थे हर ऐतवार महीने का जो पहला ऐतवार है, हर महीने पहला ऐतवार जिमें अज ऐतवार का दिन है, खंडे दी पौल जिहड़ी है वो तैयार होनी है, अमृत संचार होना है। 10 बजे आरंभता होवेगी। जिन्हां जिन्हां ने अपने नाम लिखवाए ने वो समय सिर पहुँचण की कृपालता करियो। ते रात भी बेनती कीती सी, जिन्हां दे मन हजे नहीं मनदे, मन हजे राजी नहीं होए, वो अरदास करो वाहिगुरू जी अगे कि असीं भी खंडे दी पौल लैके ਸਿੰਘ ਸਿੰਘਣੀਆਂ ਸੱਜ ਕੇ ਬਾਣੇ ਬਾਣੀ ਦੇ ਧਾਰਨੀ ਹੋ ਕੇ ਆਪਣੇ ਜੀਵਨ ਨੂੰ ਅਸੀਂ ਸੁਖਮਈ ਆਨੰਦਮਈ ਬਣਾ ਕੇ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਵਾਲਾ ਬਣਾ ਸਕੀਏ। ਸਤਿਗੁਰੂ ਗੁਰੂ ਪਾਤਸ਼ਾਹ ਜੀ ਦੇ ਪਾਵਨ ਬਚਨ अपने हृदय अंदर वसा लईए जी। आद जुगादी सेवक स्वामी भगता नाम आधारे। नानक सिख दे मन प्रीतम बिन हर झूठ पसारे।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।